ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੁਧ ਆਗੈ ਅਰਦਾਸ ਹਮਾਰੀ ਜੀਓ, ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਰਾਣਾ ਰਉ ਨ ਕੋ ਰਹੈ। ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ। ਕੋਇ ਨ ਬੰਧੈ ਤੀਰ, ਜਿਹਾ ਚੀਰੀ ਲਿਖਿਆ। ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ। ਕੱਲੇ ਆਵੈ ਨਾਨਕਾ, ਸਦੇ ਉਠੀ ਜਾਹੇ। ਫਰੀਦਾ ਦਰਿਆਵੈ ਕੰਢੇ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਜ ਪਈ। ਬਾਜ ਪਈ ਤਿਸ ਰੱਬ ਦੇ, ਕਿਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆ।
सज्जन मेरे रंगोले जय सुते जीरा जय सुते जीरा सज्जन मेरे रंगोले सज्जन मेरे रंगोले सज्जन मेरे रंगोले जाए सुते जीरा जाए सुते जीरा सज्जन मेरे रंगोले सज्जन मेरे रंगोले जय सुते जीरा जय सुते जीरा सज्जन मेरे रंगोले जाए सुते जीरा जाए सुते जीरा बंजा डूमनी रोवा चीनी बाण रोवा चीनी बाण रोवा चीनी बाण सज्जन मेरे रंगोले जय सुते जीरा जय सुते जीरा सज्जन मेरे रंगोले जय सुते जीरा।
ਧਨ ਜੋਬਨ ਅਰ ਫੁੱਲੜਾ ਨਾਟੀ ਅੜੇ ਦਿਲ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪਵਨ ਕੇ ਦੇ ਪਤ ਜਿਉ ਤਲ ਤੁਲ ਜੁਮਨ ਹਾਰ ਪਵਨ ਕੇ ਰੇ ਪਤ ਜਿਉ ਟਲ ਟੁਲ ਜੁਮਨ ਹਾਰ ਤਲ ਟੁਲ ਜੁਮਨ ਹਾਰ ਤਲ ਟੁਲ ਜੁਮਨ ਹਾਰ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਜਾਏ ਸੁੱਤੇ ਜੀਰਾ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾ ਜਾਏ ਸੁਤੇ ਜੀਰਾ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੋਹਲਾ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੋਹਲਾ ਦਿਨ ਥੋੜੜੇ ਥਕੇ ਅਹਿਆ ਪੁਰਾਣਾ ਚੋਲਾ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ਭਇਆ ਪੁਰਾਣਾ ਚੋਲਾ ਭਇਆ ਪੁਰਾਣਾ ਚੋਲਾ ਸੱਜਣ
लगी आवे सोहरे नित न पिया होए नित न पिया नित न पिया सज्जन मेरे रंगोले जय तेरी जय सुते जीरा जय सुते जीरा नानक सुती पेय जान रती सन नानक सुती पेय जान बिरती सन गुणांगवाई कंठड़ी अवगण चली बन गुणांगवाई कंठड़ी अवगण चली बन अवगण चली बन अवगण चली बन सज्जन मेरे रंगोले जय तेरी सज्जन मेरे रंगोले जय सुते जीरा जय सुते जीरा तू सुनिया नहीं जिंद मेरिए बड़े बड़े राजे तुरी सुनिया नहीं जिंद मेरिए बड़े बड़े राजे तुरी तू सुनिया नहीं जिंद मेरिए बड़े बड़े राजे तुर गए तू सुने नहीं जिंदे मेरिए बड़े बड़े राजे तुर गए तू सुने नहीं जिंदे मेरिए बड़े बड़े राजे
ਤੁਰ ਗਏ। ਕੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਵੱਡੇ ਵੱਡੇ ਰਾਜ ਤੁਰੀ ਗਏ, ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜ ਤੁਰੀ ਗਏ। ਸੁਣਿਆ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਹੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਕੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਵੱਡੇ ਵੱਡੇ ਜੀ ਰਾਜ ਤੁਰ ਗਏ ਹਾਂ, ਵੱਡੇ ਵੱਡੇ ਜੀ ਰਾਜੇ ਤੁਰ ਗਏ। ਵੱਡੇ ਵੱਡੇ ਜੀ ਰਾਜੇ ਤੁਰ ਗਏ। ਉਹ ਵੱਡੇ ਵੱਡੇ ਜੀ ਰਾਜ ਤੁਰ ਗਏ। ਵੱਡੇ ਵੱਡੇ ਜੀ ਰਾਜੇ ਤੁਰ ਗਏ। ਵੱਡੇ ਵੱਡੇ ਜੀ ਰਾਜੇ ਤੁਰ ਗਏ। ਵੱਡੇ ਵੱਡੇ ਜੀ ਰਾਜ ਤੁਰੀ ਗਏ। ਵੱਡੇ ਵੱਡੇ ਜੀ ਰਾਜ ਤੁਰੀ ਗਏ। ਵੱਡੇ ਵੱਡੇ ਜੀ ਰਾਜੇ ਤੁਰ 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 ਗਏ। ਸੁਣਿਆ ਨਹੀਂ ਜਿੰਦ ਮੇਰੀਏ, ਵੱਡੇ ਵੱਡੇ ਰਾਜ ਤੁਰੀਏ। ਸੁਣਿਆ ਨਹੀਂ ਜਿੰਦ ਮੇਰੀਏ, ਵੱਡੇ ਵੱਡੇ ਰਾਜੇ ਤੁਰੀਏ। ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਨੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਨੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਕੀ ਤੂੰ ਸੁਣਿਆ ਨਹੀਂ ਜਿੰਦੇ ਮੇਰੀਏ, ਵੱਡੇ ਵੱਡੇ ਰਾਜੇ ਤੁਰ ਗਏ। ਰੰਗ ਨਾ ਤੁੰਗ ਫਕੀਰ, ਕੋਏ ਨਾ ਬੰਦੇ ਧੀਰ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਜੀ ਅੱਜ ਆਪਾਂ ਸਾਰੇ ਹੀ ਬੜੇ ਹੀ ਸਤਿਕਾਰਯੋਗ ਸਤਿਗੁਰਾਂ ਦੇ ਦਰ ਕਰਦੇ ਪ੍ਰੀਤਵਾਨ ਸਵਰਗਵਾਸੀ
ਮਾਤਾ ਸੁਰਜੀਤ ਕੌਰ ਜੀ, ਜਿਨ੍ਹਾਂ ਨੂੰ ਮਾਲਕ ਪ੍ਰਭੂ ਦੇ ਵੱਲੋਂ ਸਵਾਸਾਂ ਰੂਪੀ ਪੂੰਜੀ ਬਖਸ਼ ਕੇ ਮਨੁੱਖਾ ਜਾਮਾ ਬਖਸ਼ਿਆ। ਮਨੁੱਖਾ ਜਾਮੇ ਦੇ ਵਿੱਚ ਉਹਨਾਂ ਨੂੰ ਜਿੰਨੇ ਵੀ ਸਵਾਸ ਬਖਸ਼ੇ, ਉਹਨੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਆ। ਕਈ ਦਿਨ ਪਹਿਲਾਂ ਸੰਸਾਰਕ ਯਾਤਰਾ ਪੂਰੀ ਕਰਦੇ ਆ। ਅਕਾਲ ਚਲਾਣਾ ਕਰ ਗਏ ਸਨ, ਸੋ ਪਿੱਛੇ ਉਹਨਾਂ ਦੇ ਸਾਰੇ ਹੀ ਪਰਿਵਾਰ ਦੇ ਵੱਲੋਂ ਭਾਣਾ ਮੰਨਦੇ ਆ, ਰਲ ਮਿਲ ਕੇ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ। ਪਾਵਨ ਬਾਣੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ, ਜੋ ਕਿ ਪਾਵਨ ਬਾਣੀ ਦੀ ਸਵੇਰ ਵੇਲੇ ਸੰਪੂਰਨਤਾ ਹੀ ਹੋਈ। ਸੋ ਉਪਰੰਤ ਇਸ ਵੇਲੇ ਆਪਾਂ ਸਾਰੇ ਹੀ ਸਤਿਗੁਰਾਂ ਦੇ ਪਾਵਨ ਅਸਥਾਨਾਂ ਤੇ ਗੁਰ ਅਸਥਾਨਾਂ ਤੇ ਮਾਤਾ ਜੀਆਂ ਦੇ ਨਿਮਿਤ ਮਾਤਾ ਜੀਆਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋ ਰਹੇ ਹਾਂ। ਸੋ ਆਓ ਸੰਗਤ ਜੀ, ਆਪਾਂ ਸਾਰੇ ਹੀ ਰਲ ਮਿਲ ਕੇ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਕੇ ਬੈਠ ਕੇ ਜਿੱਥੇ ਮਾਤਾ ਜੀਆਂ ਦੇ ਪਰਥਾਈ ਆਪਾਂ ਸਾਰੇ ਇਕੱਤਰ ਹੋ ਰਹੇ ਹਾਂ, ਉਹਨਾਂ ਨੂੰ ਸਰਧਾ ਦੇ ਫੁੱਲ ਭੇਟਾ ਕਰਨ ਪਹੁੰਚ ਰਹੇ ਹਾਂ। ਉੱਥੇ ਅਸੀਂ ਵੀ ਸਾਰੇ, ਆਪਾਂ ਵੀ ਸਾਰੇ ਕੁਝ ਨਾ ਕੁਝ ਸਤਿਗੁਰਾਂ ਤੋਂ, ਸਤਿਗੁਰਾਂ ਦੇ ਬਚਨਾਂ ਤੋਂ, ਸਤਿਗੁਰੂ ਜੀ ਦੀ ਬਾਣੀ ਤੋਂ ਕੁਝ ਸਿੱਖ ਕੇ ਜਾਈਏ। ਸਾਨੂੰ ਸਮਝ ਪੈ ਜਾਵੇ, ਸਾਨੂੰ ਮਤ ਆ ਜਾਵੇ, ਸਾਨੂੰ ਸੋਝੀ ਆ ਜਾਵੇ, ਗਿਆਨ ਆ ਜਾਵੇ ਕਿ ਇਹ ਮਨੁੱਖਾ ਜਨਮ ਕਿੰਨਾ ਕੀਮਤੀ ਹੈ। ਇੱਥੇ ਯਾਦ ਰੱਖੀਏ, ਜਾਣਾ ਸਭਨਾਂ ਨੇ, ਇੱਥੇ ਰਾਜਾ ਵੀ ਆਇਆ, ਉਹ ਵੀ ਚਲਾ ਗਿਆ। ਇੱਥੇ ਭਿਖਾਰੀ ਆਇਆ, ਉਹ ਵੀ ਚਲਾ ਗਿਆ। ਇੱਥੇ ਗਰੀਬ ਆ ਭਾਵੇਂ ਅਮੀਰ ਆ, ਕੋਈ ਮੌਤ ਗਰੀਬ ਤੇ ਵੀ ਆਵੇਗੀ ਤੇ ਅਮੀਰ ਤੇ ਵੀ ਆਵੇਗੀ। ਗੱਲ ਅਮੀਰੀ ਗਰੀਬੀ ਦੀ ਨਹੀਂ, ਗੱਲ ਰਾਜੇ ਤੇ ਭਿਖਾਰੀ ਦੀ ਨਹੀਂ, ਗੱਲ ਤੇ ਇਹ ਜੀਵਨ ਦੀ, ਇਹ ਮਨੁੱਖਾ ਜਨਮ ਦੀ ਹੈ। ਵੀ ਕੌਣ ਆ ਜਿਹੜਾ ਇਹ ਮਨੁੱਖਾ ਜਨਮ ਨੂੰ ਸੋਹਣਾ ਬਤੀਤ ਕਰ ਰਿਹਾ ਹੈ? ਕੌਣ ਆ ਉਹ ਜਿਹੜਾ ਇਹਨੂੰ ਮਨੁੱਖਾ ਜਨਮ ਨੂੰ ਸੋਹਣਾ ਬਤੀਤ ਕਰਕੇ ਚਲਾ ਗਿਆ? ਕੌਣ ਆ ਉਹ ਜਿਹਨੇ ਇਹ ਜਨਮ ਤੋਂ ਲਾਹਾ ਲਿਆ? ਜੇ ਪਾਤਸ਼ਾਹ ਜੀ ਕਹਿੰਦੇ ਆ ਨਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ। ਜੇ ਪਾਤਸ਼ਾਹ ਜੀ ਕਹਿੰਦੇ, ਭਗਤ ਕਬੀਰ ਜੀ ਕਹਿੰਦੇ, ਇਹ ਦੁਨੀਆ ਦੇ ਲੋਕੋ ਮੇਰੀ ਗੱਲ ਸੁਣੋ, ਜਿਹੜਾ ਇਹ ਜਨਮ ਆ ਨਾ, ਇਹ ਬੜਾ ਦੁਰਲਭ ਹੈ, ਬੜਾ ਕੀਮਤੀ ਹੈ। ਹੋਏ ਨਾ ਬਾਰ।
ਭਗਤ ਕਬੀਰ ਜੀ ਕਹਿੰਦੇ ਇਹ ਵਾਰ-ਵਾਰ ਨਹੀਂ ਮਿਲਣਾ ਜਿਹੜਾ ਜਨਮ ਆ ਤੁਹਾਡੇ ਕੋਲ, ਜਿਹੜਾ ਇਹ ਮਨੁੱਖਾ ਸਰੀਰ ਆ ਤੁਹਾਡੇ ਕੋਲ। ਪਾਤਸ਼ਾਹ ਜੀ ਸਿਖਾ ਰਹੇ ਆ, ਜਿਉਂ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨ ਲੱਗੈ ਡਾਰ। ਉਦਾਹਰਣ ਦੇ ਕੇ ਸਮਝਾਉਂਦੇ ਆ। ਮਹਾਰਾਜ ਕਹਿੰਦੇ ਜਿਵੇਂ ਇੱਕ ਫਲ ਹੈ ਨਾ, ਬਾਗ ਦੇ ਵਿੱਚ ਲੱਗਿਆ, ਬੂਟੇ ਲੱਗੇ ਆ, ਫਲਦਾਰ ਬੂਟੇ ਲੱਗੇ ਆ, ਉਹਨਾਂ ਨੂੰ ਫਲ ਲੱਗੇ ਆ। ਕਹਿੰਦੇ ਫਲ ਟੁੱਟ ਕੇ ਟਾਹਣੀ ਦੇ ਨਾਲ ਉਹ ਜ਼ਮੀਨ ਤੇ ਡਿੱਗ ਜਾਏ, ਧਰਤੀ ਤੇ ਡਿੱਗ ਜਾਏ, ਤੇ ਪਾਤਸ਼ਾਹ ਜੀ ਕਹਿੰਦੇ ਬਹੁਰ ਨਾ ਲੱਗੈ ਡਾਰ। ਦੁਬਾਰਾ ਉਸ ਟਾਹਣੀ ਨਾਲ ਉਹ ਫਲ ਨਹੀਂ ਲੱਗ ਸਕਦਾ। ਇੱਥੇ ਸੋਚ ਕੇ ਵੇਖੀਏ, ਫਲ ਤੇ ਸੁਣੀ ਨਹੀਂ ਰਿਹਾ। ਉਦਾਹਰਣ ਦੇ ਰਿਹਾ ਮਹਾਰਾਜ, ਤੂੰ ਵੇਖ ਲਈ ਜੇ ਜਿਉਣਾ ਸਿੱਖਣਾ, ਇੱਕ ਫਲਦਾਰ ਬੂਟੇ ਕੋਲ ਚਲਾ ਜਾਈ, ਪੱਕਿਆ ਫਲ ਵੇਖੀ ਉਹਨੇ ਜ਼ਮੀਨ ਤੇ ਡਿੱਗਣਾ, ਤੇ ਵੇਖੀ ਤੂੰ ਦੁਬਾਰਾ ਉਹ ਟਾਹਣੀ ਨਾਲ ਲੱਗੇਗਾ ਜਾਂ ਨਾ। ਮਹਾਰਾਜ ਕਹਿੰਦੇ ਤੂੰ ਵੇਖ ਲਈ, ਭਾਵੇਂ ਤੂੰ ਸੋਚ ਕੇ ਵੇਖ। ਮਾਰੇ ਕਹਿੰਦੇ ਇੱਕ ਪੱਕਿਆ ਫਲ ਉਹ ਟਾਹਣੀ ਨਾਲੋਂ ਟੁੱਟ ਗਿਆ ਤੇ ਦੁਬਾਰਾ ਨਹੀਂ ਲੱਗਿਆ। ਤੇ ਪਾਤਸ਼ਾਹ ਕਹਿੰਦੇ ਇਹ ਜਨਮ ਤੈਨੂੰ ਇੱਕ ਵਾਰ ਮਿਲਿਆ, ਜਦੋਂ ਇਹਦੇ ਵਿੱਚੋਂ ਸਵਾਸ ਨਿਕਲ ਗਏ ਤੇ ਯਾਦ ਰੱਖੀ। ਮਾਰੇ ਕਹਿੰਦੇ ਇਹ ਜਨਮ, ਇਹ ਸਰੀਰ ਵੀ ਤੈਨੂੰ ਦੁਬਾਰਾ ਨਹੀਂ ਮਿਲਣਾ। ਮਹਾਰਾਜ ਕਹਿੰਦੇ ਨਹੀਂ ਮਿਲਣਾ ਇਹ ਸਰੀਰ ਤੇ ਪਾਤਸ਼ਾਹ ਜੀ ਉਦਾਹਰਣ ਦੇ ਕੇ ਸਮਝਾਉਂਦੇ ਆ ਵੀ ਸਮਝ ਲੈ, ਚੇਤਨਾ ਹੈ ਤਾਂ ਉਹ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ, ਫੂਟੇ ਘਟ ਜਿਉ ਪਾਣੀ, ਫੂਟੇ ਘਟ ਜਿਉ ਪਾਣੀ। ਮਰਜ ਕਹਿੰਦੇ ਜੇ ਸਿਮਰ ਸਕਦਾ ਉਹਦਾ ਨਾਮ ਸਿਮਰ, ਉਹਦਾ ਨਾਮ ਸਿਮਰਨਾ ਉਹਦੇ ਹੁਕਮ ਦੇ ਵਿੱਚ ਚੱਲ ਪੈ। ਸੋਹਣਾ ਜੀਵਨ ਬਣਾ ਲੈ, ਸੋਹਣੀ ਜ਼ਿੰਦਗੀ ਬਣਾ ਲੈ, ਜੀਵਨ ਦੇ ਵਿੱਚ ਔਗੁਣਾਂ ਨੂੰ ਕੱਢ ਦੇ ਤੇ ਗੁਣਾਂ ਨੂੰ ਅਪਣਾ ਲੈ। ਮਰਜ ਕਹਿੰਦੇ ਜੇ ਨਾ ਅਪਣਾਏ, ਜੇ ਇਹ ਜੀਵਨ ਤੋਂ ਨਾ ਲਾਹਾ ਲਿਆ, ਤੇ ਮਰ ਕਹਿੰਦੇ ਯਾਦ ਰੱਖੀ ਫਿਰ ਛਿਨ ਛਿਨ ਆਉਦ ਵਿਹਾਤ ਹੈ, ਫੂਟੈ ਘਟ ਜਿਉ ਪਾਣੀ। ਮਹਾਰਾਜ ਕਹਿੰਦੇ ਵੇਖ, ਜਿਵੇਂ ਇੱਕ ਤਰੇੜੇ ਘੜੇ ਵਿੱਚ ਪਾਣੀ ਪਾ ਦੇਵੇ ਨਾ, ਕੋਈ ਤਰੇੜਾ ਹੀ ਘੜੇ ਵਿੱਚ ਕੋਈ ਪਾਣੀ ਪਾ ਦੇਵੇ, ਸਣੇ ਘੜੇ ਵਿੱਚ, ਜਿਹਦੇ ਵਿੱਚ ਸੁਰਾਖ ਹੋਵੇ ਕਹਿ ਲਈਏ, ਜਿਹਦੇ ਵਿੱਚ ਤਰੇੜ ਹੋਵੇ ਤੇ ਪਾਣੀ ਪਾ ਦੀ, ਤੇ ਦੱਸੋ ਕਿੰਨਾ ਕੁ ਚਿਰ ਟਿਕੇਗਾ ਉਹਦੇ ਵਿੱਚ ਪਾਣੀ। ਮਾਰੇ ਕਹਿੰਦੇ ਜਿਵੇਂ ਤਰੇੜੇ ਘੜੇ ਵਿੱਚ ਪਾਣੀ ਨਹੀਂ ਟਿਕ ਸਕਦਾ, ਸਣੇ ਘੜੇ ਵਿੱਚ ਪਾਣੀ ਨਹੀਂ ਟਿਕ ਸਕਦਾ, ਉਹਨੇ ਬੂੰਦ ਬੂੰਦ ਕਰਕੇ ਤੁਪਕਾ ਤੁਪਕਾ ਕਰਕੇ ਬਾਹਰ ਨਿਕਲ ਜਾਣਾ, ਉਹ ਮਿੱਟੀ ਦੇ ਘੜੇ ਨੇ ਖਾਲੀ ਹੋ ਜਾਣਾ। ਤੇ ਪਾਤਸ਼ਾਹ ਕਹਿੰਦੇ ਛਿਨ ਛਿਨ ਆਉਦ ਵਿਹਾਤ ਹੈ। ਮਾਰੇ ਕਹਿੰਦੇ ਛਿਨ ਛਿਨ ਕਰਕੇ ਪਲ ਪਲ ਕਰਕੇ ਤੇਰੀ ਉਮਰ ਬੀਤਦੀ ਜਾ ਰਹੀ ਹੈ, ਆਉਦ ਵਿਹਾਤ ਹੈ। ਮਾਰੇ ਕਹਿੰਦੇ ਆਉਦ ਕਹਿੰਦੇ ਉਮਰ ਨੂੰ, ਉਮਰ ਬੀਤਦੀ ਜਾ ਰਹੀ ਹੈ। ਮਹਾਰਾਜ ਜੀ ਕਹਿੰਦੇ ਕਿਵੇਂ? ਫੂਟੇ ਘਟ ਜਿਉ ਪਾਣੀ, ਜਿਵੇਂ ਘੜੇ ਵਿੱਚੋਂ ਪਾਣੀ ਘਟੀ ਜਾਂਦਾ, ਤੇ ਮਾਰੇ ਕਹਿੰਦੇ ਤੇਰੇ ਵਿੱਚੋਂ ਵੀ ਸਵਾਸਾਂ ਰੂਪੀ ਪਾਣੀ ਨਿਕਲੀ ਜਾ ਰਿਹਾ। ਮਾਰੇ ਕਹਿੰਦੇ ਜਿਵੇਂ ਫੁੱਟੜੇ ਘੜੇ ਦਾ ਪਾਣੀ ਹੈ ਨਾ, ਮਾਰੇ ਕਹਿੰਦੇ ਉਹ ਜਿਵੇਂ ਫੁੱਟੜੇ ਘੜੇ ਦਾ ਪਾਣੀ, ਆਉਦ ਤੇਰੀ ਜਾਵੇ ਬੀਤਦੀ, ਫੁੱਟੜੇ ਘੜੇ ਦਾ ਪਾਣੀ, ਆਉਦ ਤੇਰੀ ਜਾਵੇ ਬੀਤਦੀ, ਜਿਵੇਂ ਫੁੱਟੜੇ ਘੜੇ ਦਾ ਪਾਣੀ, ਆਉਦ ਤੇਰੀ ਜਾਵੇ ਬੀਤਦੀ,
ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਔਦ ਤੇਰੀ ਜੀ ਆਵੇ ਬੀਤਦੀ ਔਦ ਤੇਰੀ ਜੀ ਆਵੇ ਬੀਤਦੀ ਔਦ ਤੇਰੀ ਜੀ ਜਾਵੇ 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 ਬੀਤਦੀ ਔਦ ਤੇਰੀ ਜਾਵੇ ਬੀਤਦੀ ਔਦ ਤੇਰੀ ਜਾਵੇ ਬੀਤਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਛਿਨ ਛਿਨ ਔਦ ਬਿਹਾਤ ਹੈ ਫੂਟੈ ਘਟ ਜਾਓ ਪਾਣੀ ਮਾਰੇ ਕਿਤੇ ਯਾਦ ਰੱਖ ਤੇਰੀ ਉਮਰ ਬੀਤਦੀ ਜਾ ਰਹੀ ਹੈ ਤੇਰੀ ਉਮਰ ਬੀਤਦੀ ਜਾ ਰਹੀ ਹੈ ਮਾਰੇ ਕਿਤੇ ਜਿਵੇਂ ਫੁੱਟੜੇ ਘੜੇ ਵਿੱਚ ਪਾਣੀ ਹੋਵੇ ਨਾ ਤੇ ਬੂੰਦ ਬੂੰਦ ਕਰਕੇ ਪਾਣੀ ਨਿਕਲ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਕਿ ਤਿਵੇਂ ਤੇਰੀ ਉਮਰ ਬੀਤਦੀ ਜਾ ਰਹੀ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਆ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਜਿਹਨੂੰ ਇਹ ਸਮਝ ਪੈ ਗਈ ਨਾ ਜਿਹਨੇ ਜੰਮਣ ਤੇ ਮਰਨ ਨੂੰ ਸਮਝ ਲਿਆ ਵੀ ਜੰਮਣਾ ਤੇ ਮਰਨਾ ਤੇ ਉਹਦਾ ਹੁਕਮ ਬਣਿਆ ਵੀ ਜਿੱਥੇ ਜਨਮ ਹੋਏ ਉੱਥੇ ਇੱਕ ਦਿਨ ਮੌਤ ਵੀ ਆਏਗੀ ਤੇ ਮਹਾਰਾਜ ਕਹਿੰਦੇ ਭਾਣਾ ਆਵੇ ਜਾਈ ਤੇ ਪਾਤਸ਼ਾਹ ਕਹਿੰਦੇ ਜਿੰਨਾ ਵੀ ਤੇਰੇ ਕੋਲ ਜੀਵਨ ਆ ਨਾ ਭਾਵੇਂ 20 ਸਾਲ ਨੇ ਭਾਵੇਂ 50 ਨੇ ਭਾਵੇਂ 80 ਨੇ ਭਾਵੇਂ 100 ਸਾਲ ਮਾਰੇ ਕਹਿੰਦੇ ਉਹਦੇ ਭਾਣੇ ਵਿੱਚ ਆਇਆ ਜਾਇਆ ਕਰ ਜੇ ਦੁੱਖ ਹੈ ਫਿਰ ਵੀ ਉਹਦਾ ਭਾਣਾ ਜੇ ਸੁੱਖ ਹੈ ਫਿਰ ਵੀ ਉਹਦਾ ਭਾਣਾ ਇੰਜ ਜੀਵਨ ਬਤੀਤ ਕਰ ਮਹਾਰਾਜ ਕਹਿੰਦੇ ਇਹ ਸਮਝ ਕੇ ਚੱਲ ਵੀ ਜਨਮ ਹੋਇਆ ਜਿੱਥੇ ਉੱਥੇ ਇੱਕ ਦਿਨ ਮੌਤ ਵੀ ਆਏਗੀ ਮਨਾ ਔਰ ਤੇਰੇ ਗੁਰੂ ਪਾਤਸ਼ਾਹ ਤੈਨੂੰ ਸਮਝਾਉਂਦੇ ਆ ਵੀ ਜ਼ਿੰਦਗੀ ਤੈਨੂੰ ਜਿਉਣ ਵਾਸਤੇ ਮਿਲੀ ਹੈ ਮਨੁੱਖਾ ਜਨਮ ਤੈਨੂੰ ਜਿਉਣ ਵਾਸਤੇ ਮਿਲਿਆ ਮਰਨਾ ਤੇ ਇੱਕ ਦਿਨ ਹੈ ਮਰਨ ਦਾ ਤੇ ਪਤਾ ਹੀ ਨਹੀਂ ਮਾਰੇ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਇੱਕਦਮੀ ਮੋਹਲਤ ਮੋਹਤ ਨਾ
ਜਾਣਾ ਇੱਕਦਮ। ਮਾਰੇ ਕਹਿੰਦੇ ਇੱਕਦਮ ਦਾ ਆਦਮੀ ਹੈ ਤੇ ਇੱਕਦਮ ਦੀ ਕੋਈ ਗਰੰਟੀ ਨਹੀਂ ਵੀ ਉਹ ਦਮ ਅਗਲਾ ਸਵਾਸ ਆਵੇ ਜਾਂ ਨਾ ਆਵੇ। ਪਰ ਮਾਰੇ ਕਹਿੰਦੇ ਉਹਦੇ ਭਾਣੇ ਵਿੱਚ ਤੁਰ ਤੂੰ। ਉਹਦਾ ਭਾਣਾ ਕੀ ਹੈ ਪਿਆਰਿਓ? ਫਿਰ ਉਹਦੇ ਭਾਣੇ ਵਿੱਚ ਆ ਸਾਰਾ ਕੁਝ ਹੀ ਆਉਂਦਾ ਫਿਰ। ਜਿਵੇਂ ਸਾਰੀ ਕਾਇਨਾਤ ਸਾਰੀ ਕੁਦਰਤ ਉਹਦੇ ਭਾਣੇ ਵਿੱਚ ਚੱਲਦੀ ਹੈ। ਹਵਾ ਉਹਦੇ ਭਾਣੇ ਵਿੱਚ ਹੈ, ਧਰਤੀ ਉਹਦੇ ਭਾਣੇ ਵਿੱਚ ਖੜੀ ਹੈ, ਜ਼ਮੀਨ ਅਸਮਾਨ ਹਵਾ ਉਹਦੇ ਭਾਣੇ ਵਿੱਚ ਹੈ, ਚੰਦ ਉਹਦੇ ਭਾਣੇ ਵਿੱਚ ਹੈ, ਸੂਰਜ ਉਹਦੇ ਭਾਣੇ ਵਿੱਚ ਹੈ। ਤੇ ਮਹਾਰਾਜ ਕਹਿੰਦੇ ਬੰਦਿਆ ਤੂੰ ਵੀ ਉਹਦੇ ਭਾਣੇ ਵਿੱਚ ਚੱਲ ਫਿਰ। ਉਹਦੇ ਭਾਣੇ ਵਿੱਚ ਚੱਲ। ਉਹਦੇ ਭਾਣੇ ਵਿੱਚ ਚੱਲਣਾ ਇਹ ਮਨੁੱਖਾ ਜਨਮ ਤੋਂ ਲਾਹਾ ਲੈ ਬਸ। ਮਹਾਰਾਜ ਜੀ ਕਹਿੰਦੇ ਆ ਵੀ ਲਾਹਾ ਲੈਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਸ ਆਪਣੇ ਅਸਲੇ ਦੀ ਪਹਿਚਾਣ ਕਰ ਵੀ ਹੈ ਕੀ ਤੂੰ, ਵੀ ਕਰਦਾ ਕੀ ਆ ਤੂੰ, ਹੈ ਕੀ ਤੂੰ। ਬਸ ਵੀ ਜਨਮ ਮਿਲਿਆ ਕਾਹਦੇ ਵਾਸਤੇ ਤੇ ਕਰਨ ਕੀ ਲੱਗਿਆ ਇਹ ਸਮਝ। ਮਾਰੇ ਕਹਿੰਦੇ ਤੂੰ ਉਹਦੀ ਰੂਪ ਆ। ਗੁਰੂ ਪਾਤਸ਼ਾਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਉਹ ਮਨਾ ਤੂੰ ਉਹਦੀ ਜੋਤ ਹੈ, ਤੂੰ ਉਹਦਾ ਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪੇ ਦੀ ਪਹਿਚਾਣ ਕਰ ਬਸ। ਫਿਰ ਜਦੋਂ ਇਹ ਸਮਝ ਆ ਗਏ ਨਾ ਵੀ ਇਹ ਜਨਮ ਮਿਲਿਆ ਕਾਹਦੇ ਵਾਸਤੇ ਆ, ਫਿਰ ਪਾਤਸ਼ਾਹ ਜੀ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ। ਜਦੋਂ ਸਮਝਾਂਗੇ ਮਹਾਰਾਜ ਕਹਿੰਦੇ ਉਹ ਪ੍ਰਾਣੀ, ਉਹ ਬੰਦਿਆ, ਓਏ ਮਨੁੱਖ, ਮਹਾਰਾਜ ਕਹਿੰਦੇ ਤੂੰ ਤੇ ਲਾਹਾ ਲੈਣ ਆਇਆ। ਤੂੰ ਲੱਗਾ ਕਿਤ ਪਕੜੇ ਸਭ ਮੁਕਦੀ ਚੱਲੀ ਰਹਿਣ। ਪਰ ਪਾਤਸ਼ਾਹ ਜੀ ਕਹਿੰਦੇ ਖੁਆਰੀ ਵਾਲੇ ਕੰਮਾਂ ਵਿੱਚ ਕਿਉਂ ਲੱਗੇ ਆ ਤੂੰ? ਸਵਾਸਾ ਰੂਪੀ ਰਾਤ ਤੈਨੂੰ ਮਿਲੀ ਐ, ਬੀਤ ਜਾਣੀ ਐ। ਮਹਾਰਾਜ ਕਹਿੰਦੇ ਲਾਹਾ ਲੈਣ ਆਇਆ। ਲਾਹਾ ਕਾਹਦਾ? ਫਿਰ ਕਈਆਂ ਨੇ ਇਹ ਜਨਮ ਤੋਂ ਲਾਹਾ ਲਿਆ, ਅੱਖਾਂ ਤੋਂ ਲਾਹਾ ਲਿਆ, ਇਹਦੇ ਨਾਲ ਚੰਗਾ ਵੇਖਦੇ ਰਹੇ। ਕਈਆਂ ਨੇ ਕੰਨਾਂ ਤੋਂ ਲਾਹਾ ਲਿਆ, ਇਹਦੇ ਨਾਲ ਚੰਗਾ ਸੁਣਦੇ ਰਹੇ। ਕਈਆਂ ਨੇ ਜੇਬਾਂ ਤੋਂ ਲਾਹਾ ਲਿਆ, ਇਹਦੇ ਨਾਲ ਸੱਚ ਬੋਲਦੇ ਰਹੇ। ਇਹ ਸਰੀਰ ਤੋਂ ਲਾਹਾ ਲਿਆ ਕਈਆਂ ਨੇ, ਤੇ ਮਹਾਰਾਜ ਕਹਿੰਦੇ ਇਹਦੇ ਤੋਂ ਲਾਹਾ ਲੈ। ਇਹ ਜਨਮ ਤੋਂ ਲਾਹਾ ਲੈ। ਤੇ ਵੇਖੋ ਜੇ ਸਮਝੀਏ ਸੀ ਨਾ ਆਏ ਤੇ ਸੰਸਾਰ ਵਿੱਚ ਸੇਵਾ ਕਰਨੀ ਹੈ ਬਸ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ ਪਾਈਏ। ਮਹਾਰਾਜ ਕਹਿੰਦੇ ਜੇ ਦੁਨੀਆ ਵਿੱਚ ਰਹਿ ਕੇ ਸੇਵਾ ਕਮਾਏਗਾ ਨਾ, ਇਹ ਸੱਚੇ ਮਾਲਕ ਦੀ ਦਰਗਾਹ ਹੈ ਪਿਆਰਿਓ। ਇਹ ਜਗ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿਚਵਾਸ। ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਨਾ, ਇਹ ਸੱਚੇ ਮਾਲਕ ਦੀ ਕੋਠੜੀ ਹੈ। ਸਾਰਾ ਸੰਸਾਰ ਇਹਦੇ ਵਿੱਚ ਵਾਸਾ ਕਿਹਦਾ ਹੁੰਦਾ? ਰਹਿੰਦਾ ਕੌਣ ਆ ਸਦਾ ਵਾਸਤੇ? ਸੱਚੇ ਕਾ ਵਿਚਵਾਸ। ਜਿਹੜਾ ਸੱਚ ਨਾਲ ਜੁੜ ਗਿਆ, ਜਿਹਦਾ ਉਸ ਮਾਲਕ ਨਾਲ ਜੁੜ ਗਿਆ, ਜਿਹੜਾ ਉਹਦੇ ਭਾਣੇ ਵਿੱਚ ਆ ਗਿਆ। ਇੱਥੇ ਰਹਿੰਦਾ ਉਹ ਆ, ਮਰਨ ਤੋਂ ਬਾਅਦ ਵੀ ਉਹ ਜਿਉਂਦਾ ਰਹਿੰਦਾ ਪਿਆਰਿਓ। ਸਰੀਰ ਮਰਦਾ ਪਰ ਬੰਦੇ ਦੇ ਕਰਮ ਨਹੀਂ ਮਰਦੇ। ਬੰਦੇ ਦੇ ਕਰਮ, ਬੰਦੇ ਦੇ ਕੀਤੇ ਕੰਮ ਹਮੇਸ਼ਾ ਯਾਦ ਰਹਿੰਦੇ ਆ। ਮਹਾਰਾਜ ਕਹਿੰਦੇ ਐਸੇ ਕਰਮ ਕਰ ਵਿੱਚ ਦੁਨੀਆ ਸੇਵ ਕਮਾਈਐ। ਦੁਨੀਆ ਵਿੱਚ ਰਹਿ ਕੇ ਸਮੁੱਚੀ ਮਨੁੱਖਤਾ ਦੀ ਸੇਵਾ ਕਰ। ਜੇ ਮਨੁੱਖਤਾ ਦੀ ਸੇਵਾ ਕਰਨੀ ਹੈ ਮਹਾਰਾਜ ਕਹਿੰਦੇ ਆਪਣੇ ਪਰਿਵਾਰ ਤੋਂ ਸ਼ੁਰੂ ਕਰ। ਮਾਤਾ ਜੀਆਂ ਦੀ ਆਪਾਂ ਯਾਦ ਵਿੱਚ ਜੁੜੇ ਆ। ਵੇਖੋ ਵਡੇਰੀ ਉਮਰ ਭੋਗੀ ਆ ਮਾਤਾ ਸੁਰਜੀਤ ਕੌਰ ਜੀ ਨੇ। ਜੋ ਇਹ ਪਰਿਵਾਰ ਹੈ ਸਾਰਾ ਹੀ ਪਰਿਵਾਰ, ਸਰਦਾਰ ਜਗਦੇਵ ਸਿੰਘ ਜੀ ਸਾਰਾ ਪਰਿਵਾਰ ਉਹਨਾਂ ਦਾ ਉਹਨਾਂ ਦੇ ਵੱਲੋਂ ਮਾਤਾ ਜੀ ਦੀ ਬੜੀ ਸੇਵਾ ਸੰਭਾਲ ਕੀਤੀ ਗਈ। ਜੇ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਆ ਨਾ ਅੱਜ, ਵੇਖੋ ਜਾਣਾ ਤੇ ਸਭਨਾ ਨੇ ਆ। ਜੇ ਕੁਝ ਨਾ ਕੁਝ ਪੱਲੇ ਬੰਨ ਕੇ ਲੈ ਕੇ ਜਾਈਏ, ਸਮਝਿਓ ਅੱਜ ਦੇ ਜਿਹੜੇ ਹਾਲਾਤ ਨੇ, ਅੱਜ ਅਸੀਂ ਮਾਤਾ ਪਿਤਾ ਦਾ ਵੇਖੀ ਹਾਲ ਕੀ ਹੈ।
ਬੱਚੇ ਪੁੱਛਦੇ ਨਹੀਂ ਮਾਪਿਆਂ ਨੂੰ, ਮਾਤਾ ਪਿਤਾ ਰੁਲਦੇ ਆ। ਪਰ ਇੱਕ ਮਿਸਾਲ ਹੈ, ਤੁਸੀਂ ਆਏ ਹੋ ਸਾਰੇ ਇਹਨਾਂ ਦੇ ਪਰਿਵਾਰ ਵਿੱਚ ਹੀ ਨੇ। ਸਰਦਾਰ ਗੁਰਜੀਤ ਸਿੰਘ ਜੀ, ਸਰਬਜੀਤ ਸਿੰਘ ਹੋਣੀ, ਦੂਸਰੇ ਪਰਿਵਾਰ ਦੇ ਵਿੱਚੋਂ ਸਰਦਾਰ ਮੇਜਰ ਸਿੰਘ ਜੀ, ਉਹ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਨੇ, ਉਹ ਬਿਮਾਰ ਨੇ। ਮੈਂ ਕਈ ਵਾਰ ਉਹਨਾਂ ਦਾ ਪਤਾ ਲੈਣ ਗਿਆ, ਤੇ ਜਿਵੇਂ ਨਾ ਮਾਂ ਇੱਕ ਬੱਚੇ ਨੂੰ ਸਾਂਭਦੀ ਹੈ, ਮਾਂ ਜਦੋਂ ਬੱਚਾ ਪੈਦਾ ਹੁੰਦਾ, ਵੇਖੋ ਕਹਿ ਲਈਏ ਬੱਚੇ ਨੂੰ, ਫਿਰ ਮਾਂ ਕਿੰਨਾ ਲਾਡ ਲਾਉਂਦੀ ਹੈ, ਕਿਵੇਂ ਪਿਆਰ ਰੱਖਦੀ, ਪਿਆਰ ਕਰਦੀ ਹੈ ਉਹਨੂੰ। ਤੇ ਯਾਦ ਰੱਖੀਏ, ਜੇ ਕਹਿਣੇ ਆ ਨਾ, ਜਦੋਂ ਬੱਚਾ ਜਨਮ ਲੈਂਦਾ, ਵੇਖੋ ਭਾਵੇਂ ਠੰਡ ਦੇ ਦਿਨ ਹੋਣ, ਬੱਚਾ ਆਪਣਾ ਮਲ ਮੂਤਰ ਵਿੱਚ ਹੀ ਕਰਦਾ, ਤੇ ਮਾਂ ਫਿਰ ਉਹ ਗੰਦਗੀ ਬੱਚੇ ਦੀ ਸਾਫ਼ ਕਰਦੀ ਹੈ ਮਲ ਮੂਤਰ ਨਾਲ। ਮਾਂ ਦੇ ਵਸਤਰ ਵੀ ਗਿੱਲੇ ਹੋ ਜਾਂਦੇ, ਕਈ ਵਾਰ ਬਿਸਤਰਾ ਵੀ ਗਿੱਲਾ ਹੋ ਜਾਂਦਾ। ਸਿਆਲ ਦੇ ਦਿਨਾਂ ਵਿੱਚ ਵੀ ਮਾਂ ਉੱਥੇ ਪਈ ਰਹਿੰਦੀ, ਪਰ ਖੁਸ਼ ਹੈ ਮਾਂ। ਇੱਕ ਹੋਰ ਵੇਖੋ, ਬੱਚਾ ਜਦੋਂ ਜਨਮ ਲੈਂਦਾ ਤੇ ਕਿੰਨਾ ਦਰਦ ਹੁੰਦਾ ਮਾਂ ਦੇ। ਇੱਕ ਮੌਤ ਦੇ ਮੂੰਹ ਵਿੱਚ ਮਾਂ ਹੁੰਦੀ ਹੈ, ਕਹਿੰਦੇ ਇੰਨੀ ਪੀੜਾ ਹੁੰਦੀ ਹੈ। ਪਰ ਜਦੋਂ ਬੱਚਾ ਜਨਮ ਲੈਂਦਾ ਨਾ, ਉਹ ਜਨਮ ਲੈਣ ਤੋਂ ਬਾਅਦ ਬੱਚੇ ਨੂੰ ਜਦੋਂ ਪਹਿਲਾ ਸਵਾਸ ਲੈਂਦਾ, ਮਾਂ ਦੀ ਗੋਦ ਵਿੱਚ ਲੈਂਦਾ ਬੱਚਾ, ਤੇ ਮਾਂ ਦੀ ਛਾਤੀ ਤੇ ਉਹ ਬੱਚੇ ਨੂੰ ਰੱਖ ਦਿੰਦੇ ਆ। ਮਾਂ ਇੰਨਾ ਖੁਸ਼ ਹੋ ਜਾਂਦੀ ਹੈ ਤੇ ਦਰਦ ਹੀ ਭੁੱਲ ਜਾਂਦੀ ਹੈ ਆਪਣਾ, ਵੀ ਮੈਂ ਕਿਹੜੀ ਪੀੜਾ ਵਿੱਚੋਂ ਲੰਘ ਰਹੀ ਐ, ਭੁੱਲ ਹੀ ਜਾਂਦੀ ਹੈ ਮਾਂ। ਵੇਖੋ ਬੱਚਿਆਂ ਲਈ ਆਪਣੇ ਦਰਦ ਭੁਲਾ ਦਿੰਦੀ, ਆਪਣੇ ਸਰੀਰ ਦੇ ਕਸ਼ਟ ਭੁਲਾ ਦਿੰਦੀ ਹੈ ਮਾਂ। ਉਹ ਮਾਂ ਹੁੰਦੀ ਹੈ। ਗੱਲ ਕਰ ਰਹੇ ਆ, ਵਿੱਚ ਦੁਨੀਆ ਸੇਵਕ ਮਾਈ ਹੈ, ਦੁਨੀਆ ਵਿੱਚ ਹੀ ਸੇਵਾ ਕਰਨੀ ਹੁੰਦੀ ਹੈ ਮਾਪਿਆਂ ਦੀ। ਜੇ ਮਹਾਰਾਜ ਕਹਿੰਦੇ ਆ ਨਾ, ਜੀਵਤ ਪਿਤਰ ਨਾ ਮਾਨੈ ਕੋਊ, ਮੋਏ ਸਰਾਧ ਕਰਾਹੀ। ਮਹਾਰਾਜ ਕਹਿੰਦੇ ਜਿਉਂਦੇ ਮਾਪਿਆਂ ਨੂੰ ਕੋਈ ਪੁੱਛਦਾ ਨਹੀਂ, ਤੇ ਮਰਿਆਂ ਤੋਂ ਬਾਅਦ ਲੋਕੀ ਸਰਾਧ ਕਰਾਉਂਦੇ ਆ, ਕੋਈ ਫਾਇਦਾ ਨਹੀਂ ਉਹਦਾ। ਮਹਾਰਾਜ ਕਹਿੰਦੇ ਰੋਟੀਆਂ ਖਵਾਉਣ ਦਾ। ਆ ਵੇਖੋ ਦੁਸਹਿਰਾ ਆਏਗਾ, ਮੇਰੇ ਵਰਗੇ ਨੂੰ ਲੋਕੀ ਸੱਦਣਗੇ, ਆ ਸਾਡੇ ਵਡੇਰਿਆਂ ਦੀ ਖਾ ਜਾ। ਪਰ ਗੱਲ ਤੇ ਇਹ ਆ ਪਿਆਰਿਓ, ਜਿਉਂਦਿਆਂ ਨੂੰ ਪੁੱਛੀਏ। ਗੱਲ ਕਰ ਰਹੇ ਸੀ ਵੀ ਬੱਚਾ ਪੈਦਾ ਹੁੰਦਾ, ਵੇਖੋ 9 ਮਹੀਨੇ ਮਾਂ ਆਪਣੇ ਪੇਟ ਵਿੱਚ ਰੱਖਦੀ ਹੈ। ਉਦੋਂ ਵੀ ਜਦੋਂ ਪੇਟ ਵਿੱਚ ਆਉਂਦਾ ਜੇ, ਮਾਂ ਫਿਰ ਵੀ ਧਿਆਨ ਰੱਖਦੀ ਹੈ, ਉੱਚੀ ਨੀਵੀਂ ਥਾਂ ਦਾ ਧਿਆਨ ਰੱਖਦੀ ਹੈ। ਜਿੱਥੇ ਤਿਲਕਣ ਵਾਲੀ ਥਾਂ ਉਹ ਜਾਂ ਪੌੜੀਆਂ ਨਹੀਂ ਚੜ੍ਹਦੀ, ਖਾਣ ਪੀਣ ਦਾ ਧਿਆਨ ਰੱਖਦੀ ਹੈ ਆਪਣਾ ਪੂਰਾ। ਫਲ ਫਰੂਟ ਖਾਂਦੀ ਹੈ ਮਾਂ, ਕਦੇ ਵਾਸਤੇ ਵੀ ਮੇਰੇ ਅੰਦਰ ਜਿਹੜਾ ਬੱਚਾ ਪਲ ਰਿਹਾ ਉਹਦੇ ਵਾਸਤੇ ਜਨਮ ਤੋਂ ਪਹਿਲਾਂ ਹੀ ਸਾਡਾ ਧਿਆਨ ਰੱਖਦੀ ਹੈ, ਖਿਆਲ ਰੱਖਦੀ ਹੈ। ਬੱਚਾ ਪੈਦਾ ਹੁੰਦਾ 9 ਮਹੀਨੇ ਮਾਂ ਰੱਖਦੀ ਹੈ ਪੇਟ। ਜਦੋਂ ਪੈਦਾ ਹੁੰਦਾ ਤੇ ਮਾਂ ਸਾਰੇ ਦਰਦ ਭੁਲਾ ਦਿੰਦੀ ਹੈ। ਤੇ ਸਖਤ ਜੀ ਇੱਕ ਇਹ ਮਾਂ, ਫਿਰ ਵੇਖੋ ਮਾਂ ਆਪ ਗਿੱਲੇ ਪੈਂਦੀ ਹੈ, ਪੁੱਤ ਨੂੰ ਸੁੱਕੇ ਪਾਉਂਦੀ ਹੈ। ਮਾਂ ਦੀ ਦੇਣ ਕੌਣ ਦੇ ਸਕਦਾ ਦੁਨੀਆ ਵਿੱਚ, ਹੈ ਕੋਈ? ਅਸੀਂ ਤੇ ਕਹਿੰਦੇ ਨੇ ਮਾਪੇ ਨਹੀਂ ਜੱਜਦੇ ਸਾਡੇ ਤੇ ਜੀ, ਮਰੇ ਕਹਿੰਦੇ ਨਹੀਂ। ਮਾਂ ਪਿਓ ਦੇ ਅੱਗੇ ਕਦੇ ਨਾ ਭੁੱਲੀ। ਜਿਹਨੇ ਤੈਨੂੰ ਜੱਗ ਵਿਖਾਇਆ, ਜੇ ਉਹ ਤੈਨੂੰ ਜਨਮ ਹੀ ਨਾ ਦਿੰਦੀ, ਤੂੰ ਕਿਵੇਂ ਆਉਂਦਾ ਸੰਸਾਰ ਵਿੱਚ? ਉਹਨੇ ਤੈਨੂੰ ਜਣਿਆ। ਤੇ ਗੱਲ ਕਰ ਰਹੇ ਸੀ ਵੀ ਆਪਣੇ ਪਰਿਵਾਰ ਵਿੱਚ ਜੇ ਮਾਤਾ ਜੀ ਜਿਉਂਦੇ ਨੇ, ਸਰਦਾਰ ਗੁਰਜੀਤ ਸਿੰਘ, ਸਰਦਾਰ ਸਰਬਜੀਤ ਸਿੰਘ, ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਜੀ, ਤੇ ਉਹਨਾਂ ਨੇ ਇੰਨੀ ਸੰਭਾਲ ਰੱਖੀ ਹੋਈ ਹੈ ਮਾਤਾ ਦੀ। ਇੱਕ ਮਿਸਾਲ ਹੈ, ਜਿਵੇਂ ਪਰਿਵਾਰ ਦੇ ਵੱਲੋਂ ਮਾਤਾ ਜੀਆਂ ਵੱਲੋਂ, ਮਾਤਾ ਚਰਨਜੀਤ ਕੌਰ ਵੱਲੋਂ ਮਾਤਾ ਜੀ ਦੀ ਸੰਭਾਲ ਰੱਖੀ ਗਈ, ਬੜੀ ਸੇਵਾ ਕੀਤੀ ਇਹਨਾਂ ਨੇ। ਪਰ ਅੱਜ ਉਹਨਾਂ ਨੇ ਬੱਚਿਆਂ ਵਾਂਗੂ ਸਾਂਭਿਆ ਹੋਇਆ, ਜਿਵੇਂ ਬੱਚਿਆਂ ਨੂੰ ਸਾਂਭਦੇ ਆ ਨਾ, ਤੇ ਮਾਤਾ ਨੂੰ ਇੰਜ ਰੱਖਿਆ ਹੋਇਆ ਜਿਵੇਂ ਫੁੱਲਾਂ ਦੇ ਪਈ ਆ ਮਾਂ। ਮੇਰੇ ਨਾਲ ਗੱਲਾਂ ਕਰਨ ਲੱਗ ਗਏ, ਕਹਿੰਦੇ ਜੀ ਲੋਕੀ ਤੇ ਕਹਿੰਦੇ ਮਾਤਾ ਪਿਤਾ ਦਾ ਕਮਰਾ ਨਹੀਂ ਕੋਈ, ਇਹ ਕਹਿ ਦਿੰਦਾ ਵੀ ਮਾਂ ਦਾ ਕਮਰਾ ਬਣਾ ਤੇ ਇੱਕ ਸਾਈਡ ਜੀ ਤੇ ਬਣਾ ਦਿੱਤਾ। ਨਹੀਂ ਤੇ ਅੱਜ ਵਾਲੇ ਕੋਠੀਆਂ ਪਾਈ ਬੈਠੇ ਆ, ਮਾਂ ਪਿਓ ਦਾ ਕਮਰਾ ਪੁੱਛੇ ਕਿੱਥੇ ਆ ਮਾਂ, ਕਹਿਣਗੇ
ਕਿੱਥੇ ਆ? ਕਈਆਂ ਨੂੰ ਵੇਖੀਦਾ ਕਈ ਤੂੜੀ ਵਾਲੇ, ਕਈ ਜਿੱਥੇ ਕੋਈ ਜਾਂਦਾ ਨਹੀਂ ਉੱਥੇ ਡਾਹ ਦਿੰਦੇ ਆ ਮੰਜਾ ਬਸ ਡੰਗਰਾਂ ਦੇ ਵਿੱਚ। ਪਰ ਮੈਂ ਸਰਬਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ, ਦੱਸ ਰਹੇ ਸੀ, ਕਹਿੰਦੇ ਸਾਰੀ ਕੋਠੀ ਮਾਂ ਦੀ, ਸਾਡਾ ਕੀ ਹੈ ਜੀ? ਸਾਰੇ ਕਮਰੇ ਉਹਨਾਂ ਦੇ ਨੇ, ਅਸੀਂ ਨਹੀਂ ਉਹਨਾਂ ਦਾ, ਸਾਡਾ ਕੀ ਹੈ ਇੱਥੇ? ਵੀ ਉਹਨਾਂ ਨੇ ਬਣਾਇਆ ਸਾਰਾ ਕੁਝ। ਜੇ ਸਾਡੇ ਸਮਾਜ ਦੀ ਇਹ ਸੋਚ ਹੋ ਜਾਵੇ ਨਾ, ਗੱਲ ਇਹ ਨਹੀਂ ਬਿਰਧ ਆਸ਼ਰਮ ਜਿਹੜੇ ਬਣ ਰਹੇ ਹਨ, ਜੇ ਅਸੀਂ ਕਹਿੰਦਾ ਜਿੰਨਾ ਇਹਨਾਂ ਦਾ ਨਿਕਾਸ ਹੋ ਰਿਹਾ, ਨਿਵਾਸ ਹੋ ਰਿਹਾ ਇਹਨਾਂ ਵਿੱਚ, ਉਨੀ ਸਾਡਾ ਵਿਨਾਸ਼ ਹੋ ਰਿਹਾ। ਤੇ ਵੇਖ ਸਕਦੇ ਇਹ ਵਿਕਾਸ ਹੋ ਰਿਹਾ ਇਹਨਾਂ ਦਾ, ਪਰ ਸਾਡਾ ਵਿਨਾਸ਼ ਹੋ ਰਿਹਾ, ਪਿਆਰ ਟੁੱਟ ਰਿਹਾ ਸਾਡਾ। ਪਰ ਆਓ ਮਾਂ ਦੀ ਦੇਣ ਕੋਈ ਦੇ ਨਹੀਂ ਸਕਦਾ। ਪ੍ਰੋਫੈਸਰ ਪੂਰਨ ਸਿੰਘ ਹੋਇਆ, ਮਾਂ ਕੀ ਹੁੰਦੀ ਹੈ ਮਾਂ। ਪ੍ਰੋਫੈਸਰ ਪੂਰਨ ਸਿੰਘ ਹੋਇਆ, ਕਿ ਭਗਤ ਪੂਰਨ ਜੀ ਹੋਇਆ ਜਿਨ੍ਹਾਂ ਨੇ ਪਿੰਗਲਵਾੜਾ ਸ਼ੁਰੂ ਕੀਤਾ। ਵੇਖੋ ਉਹਨਾਂ ਦੀ ਬਹੁਤ ਵੱਡੀ ਸੇਵਾ। ਇੱਕ ਪੂਰਨ ਸਿੰਘ ਹੋਇਆ, ਪੂਰਨ ਸਿੰਘ ਨਿੱਕਾ ਜਿਹਾ ਸੀ, ਮਾਂ ਨੇ ਨਿੱਕੇ ਜਿਹੇ ਨੂੰ ਨਾ ਬਾਣੀ ਲੜ ਲਾ ਦਿੱਤਾ, ਨਿਤਨੇਮ ਦੇ ਨਾਲ ਜੋੜ ਦਿੱਤਾ। ਮਾਂ ਨੇ ਰੋਜ਼ ਪੁੱਛਣਾ, ਵੇ ਪੁੱਤ ਪਾਠ ਕਰ ਲਿਆ? ਪੁੱਤ ਜਪ ਬਾਣੀ ਦਾ ਪਾਠ ਕਰ ਲਿਆ? ਤੂੰ ਬਾਣੀ ਪੜ੍ਹ ਲਈ ਤੂੰ? ਤੇ ਕਹਿੰਦੇ ਬੱਚੇ ਨੇ, ਪੂਰਨ ਨੇ ਕਹਿਣਾ, ਮਾਂ ਪਾਠ ਮੈਂ ਕਰ ਲਿਆ, ਮਾਂ ਪਾਠ ਮੈਂ ਕਰ ਲਿਆ। ਮਾਂ ਨੇ ਦੁਬਾਰਾ ਪੁੱਛਣਾ, ਪੁੱਤ ਭੁੱਲ ਤੇ ਨਹੀਂ ਗਿਆ? ਵੇਖ ਲੈ ਕਰ ਲਿਆ। ਕਈ ਵਾਰ ਗੁੱਸੇ ਹੋ ਜਾਣਾ ਵੀ ਮਾਂ ਮੈਂ ਕਰ ਲਿਆ, ਤੂੰ ਹੀ ਬੋਲੀ ਜਾਨੀ ਹੈ। ਸਮਾਂ ਲੰਘਿਆ, ਸਕੂਲੇ ਪੜ੍ਹਨੇ ਪਾਇਆ, ਪੜ੍ਹਨ ਅਖਰ ਵਿੱਚ ਕਹਿੰਦੇ ਵਧੀਆ ਸੀ ਬੜਾ। ਤੇ ਉੱਥੋਂ ਫਿਰ ਵਿਦੇਸ਼ ਪੜ੍ਹਨ ਵਾਸਤੇ ਗਿਆ ਨਾ, ਜਦੋਂ ਵਿਦੇਸ਼ ਪੜ੍ਹਨ ਗਿਆ, ਜਦੋਂ ਮਾਂ ਨੇ ਬਾਣੀ ਨਾਲ ਜੋੜ ਦਿੱਤਾ। ਵੇਖੋ ਮਾਂ ਨੇ ਤੇ ਬਾਣੀ ਨਾਲ ਜੋੜਿਆ ਤੇ ਸਮਾਨ ਪਾ ਰਿਹਾ, ਤੇ ਮਾਂ ਨੇ ਗੁਟਕਾ ਸੀ, ਗੁਟਕਾ ਬਾਣੀ ਦਾ ਗੁਟਕਾ ਸਾਹਿਬ। ਮਾਂ ਪੁੱਛਦੀ ਹੈ, ਪੁੱਤ ਸਾਰਾ ਸਮਾਨ ਪਾ ਲਿਆ? ਮਾਂ ਪਾ ਲਿਆ ਮੈਂ। ਪੁੱਤ ਗੁਟਕਾ ਸਾਹਿਬ ਪਾ ਲਿਆ? ਮਾਂ ਪਾ ਲਿਆ ਮੈਂ। ਮਾਂ ਦੁਆਰਾ ਫਿਰ ਪੁੱਛਦੀ ਹੈ, ਪੁੱਤ ਸਵਾਰ ਕੇ ਵੇਖ ਲੈ, ਧਿਆਨ ਨਾਲ ਵੇਖ ਲੈ, ਉੱਥੇ ਮੈਂ ਨਹੀਂ ਹੋਣੀ ਤੇਰੇ ਨਾਲ, ਉੱਥੇ ਗੁਰੂ ਦੀ ਬਾਣੀ ਹੋਏਗੀ ਤੇਰੇ ਨਾਲ। ਵੇਖੋ ਮਾਵਾਂ ਇੰਜ ਜੋੜ ਦਿੰਦੀਆਂ ਨੇ ਬਾਣੀ ਨਾਲ, ਮਾਂ ਦੀ ਦੇਣ। ਵੇਖੋ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਕਹਿੰਦੀ, ਪੁੱਤ ਵੇਖ ਲੈ, ਸਵਾਰ ਕੇ ਵੇਖ ਲੈ, ਆ ਟੇਚੀ ਗੇਜ ਦੇ ਵਿੱਚ ਆਪਣਾ ਪਾਲਿਆ ਗੁਟਕਾ ਸਾਹਿਬ। ਮਾਂ ਪਾਲਿਆ। ਮਾਂ ਦੁਬਾਰਾ ਫਿਰ ਕਹਿੰਦੀ ਹੈ, ਅਗਲੇ ਦਿਨ ਤੁਰਨਾ ਸੀ, ਰਾਤ ਨੂੰ ਮਾਂ ਨੇ ਫਿਰ ਪੁੱਛਿਆ, ਮਾਂ ਦੇ ਗੱਲ ਪੈ ਗਿਆ। ਕਹਿੰਦਾ, ਮਾਂ ਮੈਂ ਤੈਨੂੰ ਕਹੀ ਜਾਣਾ ਪਾਲਿਆ ਪਾਲਿਆ, ਹੋਰ ਕੀ ਕਹਾਂ ਤੈਨੂੰ, ਮੈਂ ਝੂਠ ਬੋਲਦਾ ਹੈ? ਕਹਿੰਦੇ ਜਦੋਂ ਗਏ ਨਾ ਸਟੇਸ਼ਨ ਤੇ ਗਏ ਟ੍ਰੇਨ ਚੜਾਉਣ ਵਾਸਤੇ, ਸਟੇਸ਼ਨ ਤੋਂ ਜਾਣਾ ਸੀ ਹਵਾਈ ਅੱਡੇ ਜਿੱਥੋਂ ਉਹਨਾਂ ਨੇ ਫਲਾਈਟ ਲੈਣੀ ਸੀ। ਕਹਿੰਦੇ ਮਾਂ ਨੇ ਫਿਰ ਕਿਹਾ, ਵੇ ਪੁੱਤ ਕੁਝ ਭੁੱਲ ਤੇ ਨਹੀਂ ਆਇਆ? ਵੇਖੋ ਮਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਤੇ ਗੁਟਕਾ ਸਾਹਿਬ ਪਾਈ ਨਹੀਂ, ਮਾਂ ਨੂੰ ਪਤਾ ਲੱਗ ਗਿਆ। ਤੇ ਮਾਂ ਕਹਿੰਦੀ, ਪੁੱਤ ਕੁਝ ਭੁੱਲ ਤੇ ਨਹੀਂ ਆਇਆ? ਵੇਖ ਲੈ ਧਿਆਨ ਨਾਲ ਸਵਾਰ ਕੇ। ਉਹ ਹੁਣ ਦੁਖੀ ਹੋ ਗਿਆ, ਕਹਿੰਦਾ ਮਾਂ ਕਿਉਂ ਨਹੀਂ ਖੇੜਾ ਛੱਡਦੀ, ਇੱਕੋ ਗੱਲ ਫੜ ਰੱਖੀ ਐ ਤੂੰ, ਭੁੱਲ ਤੇ ਨਹੀਂ ਆਇਆ, ਭੁੱਲ ਤੇ ਨਹੀਂ ਆਇਆ। ਮਾਂ ਮੈਂ ਤੈਨੂੰ ਕਹੀ ਜਾਣਾ, ਮੈਂ ਲੈ ਆਇਆ, ਸਾਰਾ ਸਮਾਨ ਮੇਰੇ ਕੋਲ ਹੈ। ਮਾਂ ਕਹਿੰਦੀ, ਪੁੱਤ ਵੇਖ ਲੈ ਇੱਕ ਵਾਰ ਹੋਰ, ਮੁੜ ਕੇ ਮੈਂ ਤੇਰੇ ਨਾਲ ਉੱਤੇ ਹੋਣਾ ਨਹੀਂ, ਉੱਥੇ ਤੇਰੇ ਨਾਲ ਗੁਰੂ ਹੋਏਗਾ ਤੇਰਾ। ਜਦੋਂ ਕਹਿੰਦਾ ਮੈਂ ਸਾਰਾ ਕੁਝ ਲੈ ਆਇਆ, ਮਾਂ ਹੱਥ ਵਿੱਚ ਗੁਟਕਾ ਫੜੀ ਖੜੀ ਸੀ, ਕਹਿੰਦੀ ਪੁੱਤ ਭਾਵੇਂ ਸਾਰਾ ਕੁਝ ਲੈ ਆਇਆ, ਪਰ ਆਹ ਤੇ ਭੁੱਲੀ ਆਇਆ ਜਿਹੜੀ ਅਸਲੀ ਜੀਵਨ ਦੀ ਪੂੰਜੀ ਹੈ ਤੇਰੀ। ਆ ਗੁਟਕਾ ਸਾਹਿਬ ਤੇ ਤੂੰ ਭੁੱਲੀ ਆਇਆ, ਆ ਫੜ ਤੂੰ। ਕਹਿੰਦੇ ਗੁੱਸੇ ਵਿੱਚ ਤੇ ਬੜਾ ਆ, ਫੜ ਲਿਆ ਵੀ ਲਿਆ, ਫੜਾ, ਤੂੰ ਨਹੀਂ ਖੇੜਾ ਛੱਡਦੀ। ਗੁਟਕਾ ਸਾਹਿਬ ਫੜਿਆ, ਆਪਣੇ ਕੋਲ ਪਾ ਲਿਆ, ਸਟੇਸ਼ਨ ਤੋਂ ਮਾਂ ਨੇ ਚੜਾਇਆ, ਮਾਂ ਨੇ ਮਸਤਕ ਜੁੰਮਿਆ, ਬੜਾ ਪਿਆਰ ਕੀਤਾ, ਪੁੱਤ ਬਾਣੀ ਨਾਲ ਜੁੜਿਆ ਰਹੀ,
ਵੱਡੇ ਤੋਂ ਵੱਡਾ ਦੁੱਖ ਵੀ ਆ ਜਾਵੇ, ਬਾਣੀ ਪੜ੍ਹਦਾ ਰਵੀ। ਤੇ ਕਹਿੰਦੇ ਆ ਪ੍ਰੋਫੈਸਰ ਪੂਰਨ ਸਿੰਘ ਚਲਾ ਗਿਆ ਵਿਦੇਸ਼। ਹੁਣ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕੀਤੀ। ਕਹਿੰਦੇ ਗੁਟਕਾ ਸਾਹਿਬ ਉੱਥੇ ਹੀ ਰੱਖ ਦਿੱਤਾ ਇੱਕ ਥਾਂ ਤੇ, ਬਸ ਰੱਖੀ ਰਹਿ ਗਿਆ। ਕਦੇ ਨਿਤਨੇਮ ਵੀ ਨਹੀਂ ਕੀਤਾ, ਬਾਣੀ ਪੜ੍ਹਨੀ ਛੱਡ ਦਿੱਤੀ ਬਸ। ਬਾਣੀ ਪੜ੍ਹਨੀ ਛੱਡ ਦਿੱਤੀ, ਸੰਨਿਆਸੀ ਬਣ ਗਿਆ। ਹਿੰਦੂ ਧਰਮ ਅਪਣਾ ਲਿਆ, ਸੰਨਿਆਸੀ ਬਣ ਗਿਆ। ਜਦੋਂ ਕਹਿੰਦੇ ਵਾਪਸ ਆਇਆ, ਕੇਸ ਕਟਾ ਦਿੱਤੇ, ਹੁਣ ਪਹਿਰਾਵਾ ਬਦਲ ਦਿੱਤਾ ਸਾਰਾ। ਮਾਂ ਨੂੰ ਪਤਾ ਲੱਗਿਆ ਵੀ ਇਸ ਦਿਨ ਆਉਣਾ ਮੇਰੇ ਪੁੱਤ ਨੇ। ਮਾਂ ਅੱਗੇ ਸਟੇਸ਼ਨ ਤੇ ਫੇਰ ਲੈਣ ਗਈ ਵੀ ਮੇਰੇ ਪੁੱਤ ਨੇ ਆਉਣਾ, ਬੜੀ ਖੁਸ਼ ਹੈ ਮਾਂ ਖੜੀ ਉਡੀਕਦੀ ਹੈ। ਹੁਣ ਬੜਾ ਤਕੜਾ ਗਿਆਨੀ ਬਣਿਆ, ਵਿਦਵਾਨ ਬਣਿਆ ਪ੍ਰੋਫੈਸਰ ਪੂਰਨ ਸਿੰਘ, ਜਿਹਨੂੰ ਬੜਾ ਮਾਣ ਆਪਣੇ ਆਪੇ ਤੇ ਮਾਂ ਖੜੀ ਉਡੀਕਦੀ ਆ, ਮੇਰੇ ਪੁੱਤ ਨੇ ਆਉਣਾ ਅੱਜ। ਤੇ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜਦੋਂ ਉਤਰਿਆ ਨਾ ਟ੍ਰੇਨ ਦੇ ਵਿੱਚੋਂ, ਮਾਂ ਖੜੀ ਉਡੀਕੀ ਜਾਂਦੀ ਹੈ। ਤੇ ਪੂਰਨ ਸਿੰਘ ਨੇ ਵੇਖ ਲਿਆ ਮੇਰੀ ਮਾਂ ਉਹ ਖੜੀ ਹੈ ਸਾਹਮਣੇ। ਹੁਣ ਮਾਂ ਕੋਲ ਗਿਆ, ਮਾਂ ਨੇ ਪਛਾਣਿਆ ਨਹੀਂ। ਕਹਿੰਦਾ ਮਾਂ ਮੈਂ ਆ, ਤੂੰ ਮੈਨੂੰ ਪਛਾਣਿਆ ਨਹੀਂ? ਕਹਿੰਦੀ ਕੌਣ ਹੈ ਭਾਈ ਤੂੰ? ਦੇਖੋ ਕੌਣ ਹੈ ਤੂੰ? ਮਾਂ ਮੈਂ ਤੇਰਾ ਪੁੱਤਾਂ ਪੂਰਨ ਸਿੰਘ। ਕਹਿੰਦੀ ਪੁੱਤ ਮੈਂ ਨਹੀਂ ਤੈਨੂੰ ਜਾਣਦੀ। ਕਹਿੰਦਾ ਮੈਂ ਆ ਪੂਰਨ ਸਿੰਘ, ਮੈਂ ਸਿੱਖ ਧਰਮ ਛੱਡ ਦਿੱਤਾ, ਮੈਂ ਸੰਨਿਆਸ ਲੈ ਲਿਆ, ਮੈਂ ਸੰਨਿਆਸੀ ਬਣ ਗਿਆ, ਮੈਂ ਤਕੜਾ ਵਿਦਵਾਨ ਬਣ ਗਿਆ। ਤੇ ਮਾਂ ਰੋਣ ਲੱਗ ਪਈ, ਵੇ ਪੁੱਤ ਮੈਨੂੰ ਤੇਰੀ ਲੋੜ ਨਹੀਂ, ਮੈਨੂੰ ਤੇ ਉਸੇ ਪੂਰਨ ਦੀ ਲੋੜ ਹੈ ਜਿਹਦੇ ਹੱਥ ਵਿੱਚ ਮੈਂ ਗੁਟਕਾ ਫੜਾ ਕੇ ਭੇਜਿਆ ਸੀ। ਉਸੇ ਰੂਪ ਵਿੱਚ ਵੇਖਣਾ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਮੈਂ ਤੇ ਆਪਣੇ ਪੁੱਤ ਨੂੰ ਉਡੀਕ ਰਹੀ ਆ, ਜਿਹੜੇ ਪੁੱਤ ਨੂੰ ਮੈਂ ਗੁਟਕਾ ਸਾਹਿਬ ਦੇ ਕੇ ਭੇਜਿਆ ਸੀ। ਤੇ ਮੈਂ ਤੇ ਉਹ ਆਪਣੇ ਪੁੱਤ ਨੂੰ ਮਿਲਣਾ, ਤੂੰ ਮੇਰਾ ਪੁੱਤ ਨਹੀਂ। ਕਹਿੰਦੇ ਮਾਂ ਰੋਂਦੀ ਹੈ ਤੇ ਇਹ ਹੱਸਦਾ। ਕਹਿੰਦਾ ਮਾਂ ਮੈਨੂੰ ਕੋਈ ਹੁਣ ਅਸਰ ਨਹੀਂ ਹੁੰਦਾ ਤੇਰੇ ਦੁੱਖ ਦਾ। ਤੇ ਉਸ ਵੇਲੇ ਮਾਂ ਨੇ ਮੁੱਖ ਮੋੜ ਲਿਆ, ਮਾਂ ਚਲੀ ਗਈ। ਤੇ ਕੋਈ ਸੰਮੇਲਨ ਸੀ, ਪ੍ਰੋਗਰਾਮ ਰੱਖਿਆ ਗਿਆ, ਸਾਰੇ ਧਰਮਾਂ ਦੇ ਵਿਦਵਾਨ ਬੁਲਾਏ ਗਏ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਬੁਲਾਇਆ ਗਿਆ, ਭਾਈ ਵੀਰ ਸਿੰਘ ਨੂੰ ਵੀ ਬੁਲਾਇਆ ਗਿਆ। ਅਗਲੇ ਦਿਨ ਸਵੇਰੇ ਇਹਨਾਂ ਦੀ ਵਿਚਾਰ ਹੋਣੀ ਸੀ ਆਪਸ ਵਿੱਚ। ਤੇ ਕਹਿੰਦੇ ਕਮਰੇ ਸੀ, ਕਮਰੇ ਘਟ ਗਏ। ਤੇ ਭਾਈ ਵੀਰ ਸਿੰਘ ਜੀ ਸੀ ਜਿਹੜੇ, ਉਹ ਕਿਸੇ ਨਾਲ ਕਮਰਾ ਸ਼ੇਅਰ ਨਹੀਂ ਕਰਦੇ ਸੀ। ਪਰ ਉਸ ਦਿਨ ਕਿਹਾ ਵੀ ਤੁਸੀਂ ਪੂਰਨ ਸਿੰਘ ਨੂੰ ਆਪਣੇ ਕਮਰੇ ਵਿੱਚ ਕਰ ਲਓ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ, ਰਹਿ ਲੈਣ ਦਿਓ, ਇੱਕ ਰਾਤ ਦੀ ਗੱਲ ਹੈ। ਤੇ ਭਾਈ ਵੀਰ ਸਿੰਘ ਜੀਆਂ ਨਾਲ ਪ੍ਰੋਫੈਸਰ ਪੂਰਨ ਸਿੰਘ ਨੂੰ ਕਰ ਦਿੱਤਾ ਕਮਰੇ ਦੇ ਵਿੱਚ। ਇੱਕ ਕਮਰੇ ਵਿੱਚ ਰਹੇ, ਵਿਚਾਰਾਂ ਹੁੰਦੀਆਂ ਰਹੀਆਂ, ਸੋਚਦਾ ਰਿਹਾ। ਕਹਿੰਦਾ ਕੋਈ ਗੱਲ ਨਹੀਂ, ਮੈਂ ਬੜਾ ਤਕੜਾ ਗਿਆਨੀ ਆ, ਇਹਨੂੰ ਵੀ ਸਵੇਰੇ ਨੂੰ ਆਪਣੇ ਧਰਮ ਵਿੱਚ ਲੈ ਆਉਣਾ, ਸੰਨਿਆਸੀ ਬਣਾ ਦੇਣਾ। ਵੀਰ ਸਿੰਘ ਨੂੰ ਵੀ ਇਹ ਨਹੀਂ ਪਤਾ ਵੀ ਤੇਰਾ ਜੀਵਨ ਬਦਲ ਦੇਵੇਗਾ। ਹੁਣ ਕਹਿੰਦੇ ਜਦੋਂ ਸਵੇਰ ਹੋਈ ਨਾ, ਅੰਮ੍ਰਿਤ ਵੇਲਾ ਹੋਇਆ, ਤੇ ਇੱਥੇ ਸੁੱਤਾ ਪਿਆ ਪ੍ਰੋਫੈਸਰ ਪੂਰਨ ਸਿੰਘ। ਜਦੋਂ ਪਿੰਡ ਰਹਿੰਦਾ ਸੀ, ਜਦੋਂ ਘਰ ਰਹਿੰਦਾ ਸੀ, ਨਿੱਕਾ ਹੁੰਦਾ ਸੀ, ਮਾਂ ਨੇ ਅੰਮ੍ਰਿਤ ਵੇਲੇ ਜਗਾਉਣਾ, ਮਾਂ ਨੇ ਬਾਣੀ ਸੁਣਾਉਣੀ, ਮਾਂ ਨੇ ਬਾਣੀ ਨਾਲ ਜੋੜਿਆ, ਵੇ ਪੁੱਤ ਉੱਠ ਬਾਣੀ ਪੜ੍ਹ। ਪਰ ਅੱਜ ਸੁੱਤਾ ਪਿਆ ਤੇ ਭਾਈ ਵੀਰ ਸਿੰਘ ਜੀ ਬਾਣੀ ਪੜ੍ਹਦੇ ਆ। ਪਾਤਾਲਾ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਵੀ ਲੱਖਾਂ ਹੀ ਪਾਤਾਲਾਂ ਨੇ ਇੱਥੇ ਬੜੇ ਬ੍ਰਹਿਮੰਡ ਨੇ, ਬੜਾ ਕੁਝ ਹੈ ਇੱਥੇ।
ਤੇ ਇਹਨਾਂ ਨੂੰ ਪੜਾਇਆ ਗਿਆ ਸੀ ਵੀ ਸੂਰਜ ਦੇਵਤਾ ਹੁੰਦਾ, ਚੰਦਰਮਾ ਦੇਵਤਾ ਗਾ। ਇਹਨਾਂ ਨੂੰ ਇਹ ਕੁਝ ਸਮਝਾਇਆ ਗਿਆ ਸੀ ਦੇਵੀ ਦੇਵਤਿਆਂ ਬਾਰੇ। ਤੇ ਇਹ ਜਦੋਂ ਭਾਈ ਵੀਰ ਸਿੰਘ ਜੀ ਬਾਣੀ ਪੜ੍ਹਦੇ ਆ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਮਾਂ ਚੇਤੇ ਆਉਣ ਲੱਗ ਗਈ, ਕਿਉਂਕਿ ਮਾਂ ਪੜਾਉਂਦੀ ਹੁੰਦੀ ਸੀ ਬਾਣੀ। ਮਾਂ ਹਰ ਵੇਲੇ ਕਹਿੰਦੀ ਪੁੱਤ ਬਾਣੀ ਪੜ੍ਹ ਲਈ, ਜਪ ਬਾਣੀ ਪੜ੍ਹ ਲਈ ਸੀ। ਜਪ ਜੀ ਸਭ ਗਹਿਣੇ ਆ, ਜਪ ਬਾਣੀ ਵੇ ਪੁੱਤ ਬਾਣੀ ਪੜ੍ਹ ਲਈ, ਹੁਣ ਸੁੱਤਾ ਤੇ ਪਿਆ ਪਰ ਮਾਂ ਯਾਦ ਆਈ ਜਾਂਦੀ ਆ, ਮਾਂ ਦੇ ਬੋਲ ਯਾਦ ਆਉਂਦੇ ਆ ਤੇ ਮਨ ਬਦਲ ਗਿਆ। ਮਨ ਬਦਲਿਆ, ਕਹਿੰਦੇ ਆਓ ਉਸ ਵੇਲੇ ਭਾਈ ਵੀਰ ਸਿੰਘ ਨੇ ਆਪਣਾ ਨਿਤਨੇਮ ਕੀਤਾ, ਉਹਦੇ ਸਿਰ ਤੇ ਹੱਥ ਫੇਰਿਆ। ਕਹਿੰਦੇ ਕੇਸਾਂ ਤੋਂ ਤੇ ਵਾਲਾਂ ਤੋਂ ਇੰਜ ਲੱਗਦਾ ਵੀ ਕਿਸੇ ਮਾਂ ਨੇ ਬੜੇ ਲਾਡਾਂ ਨਾਲ ਇਹਨਾਂ ਕੇਸਾਂ ਨੂੰ ਪਾਲਿਆ, ਬੜੇ ਲਾਡ ਲਡਾਇਆ। ਤੇ ਉਸੇ ਵੇਲੇ ਰੋਣ ਲੱਗ ਪਿਆ, ਧਾਹਾਂ ਮਾਰਨ ਲੱਗ ਪਿਆ। ਮਾਂ ਦੇ ਸਾਰੇ ਬੋਲ ਯਾਦ ਆ ਗਏ। ਤੇ ਉਸੇ ਵੇਲੇ ਕਹਿੰਦੇ ਆ ਸੰਨਿਆਸ ਛੱਡ ਕੇ ਆਪਣਾ ਸਿੱਖ ਧਰਮ ਨੂੰ ਅਪਣਾ ਲਿਆ ਤੇ ਉਸੇ ਸਟੇਸ਼ਨ ਤੇ ਚਲਾ ਗਿਆ। ਮਾਂ ਆ ਤੇਰਾ ਪੁੱਤ ਸਿੱਖ ਬਣ ਕੇ ਆ ਗਿਆ। ਇਹ ਆ ਮਾਂ ਦੀ ਦਾਤ, ਮਾਂ ਦੀ ਦੇਣ। ਮਾਵਾਂ ਚਲੀਆਂ ਜਾਣ ਪਿਆਰਿਓ, ਜੱਗ ਸੁੰਨਾ ਹੋ ਜਾਂਦਾ ਹੈ, ਜੱਗ ਸੁੰਨਾ ਹੋ ਜਾਂਦਾ ਸਾਰਾ। ਤੇ ਸਾਡੇ ਇਤਿਹਾਸ ਵਿੱਚ ਆਉਂਦਾ ਨਾ, ਗੁਰੂ ਰਾਮਦਾਸ ਜੀ ਮਹਾਰਾਜ 2.5 ਸਾਲ ਦੇ ਸੀ, ਮਾਂ ਚਲੀ ਗਈ। 2.5 ਸਾਲ ਦੀ ਉਮਰ ਹੈ ਗੁਰੂ ਰਾਮਦਾਸ ਜੀਆਂ ਦੀ, ਨਾਮ ਹੈ ਭਾਈ ਜੇਠਾ। ਮਾਂ ਚਲੀ ਗਈ ਨਾ ਤੇ ਰੋਣ ਲੱਗ ਪਏ। ਨਿੱਕੇ ਜਿਹੇ ਸੀ, ਮਾਂ ਮਾਂ ਕਹਿੰਦੇ ਆ। ਮਾਵਾਂ ਨੂੰ ਕੌਣ ਨਹੀਂ ਪਿਆਰ ਕਰਦਾ। ਤੇ ਉਸ ਵੇਲੇ ਪਿਤਾ ਹਰਦਾਸ ਜੀ, ਪਿਤਾ ਨੇ ਭਾਈ ਜੇਠੇ ਨੂੰ ਆਪਣੀ ਗੋਦ ਵਿੱਚ ਚੁੱਕਿਆ। ਪੁੱਤ ਰੋ ਨਾ, ਮੈਂ ਹਾਂ ਤੇਰੇ ਲਈ ਸਾਰਾ ਕੁਝ। ਲੋਕੀ ਕੋ ਲੈਣਾ ਕਹਿੰਦੇ ਆ, ਲੋਕੀ ਕਹਿੰਦੇ ਆਪਣੀ ਮਾਂ ਨੂੰ ਖਾ ਗਿਆ, ਕੈਸਾ ਜਨਮ ਹੋਇਆ ਇਹਦਾ, ਮਾਂ ਮਰ ਗਈ ਇਹਦੀ ਲੈ। ਤੇ ਸੰਗਤ ਜੀ 7 ਸਾਲ ਦੀ ਉਮਰ ਹੋਈ, ਪਿਤਾ ਹਰਦਾਸ ਜੀ, ਪਿਤਾ ਜੀ ਰੋਜ਼ ਕੰਮ ਕਰਦੇ, ਕੰਮ ਤੇ ਜਾਣਾ, ਰੋਜ਼ ਸਵੇਰੇ ਉੱਠ ਕੇ ਕੰਮ ਕਰਦੇ। ਤੇ ਅੱਜ ਉੱਠੇ ਨਹੀਂ, ਅੱਜ ਉੱਠੇ ਨਹੀਂ। ਭਾਈ ਜੇਠਾ ਜੀ ਆਪ ਉੱਠੇ, ਉੱਠ ਕੇ ਕੰਮ ਕਰਨ ਲੱਗ ਪਏ ਵੀ ਅੱਜ ਮੇਰੇ ਪਿਤਾ ਜੀ ਉੱਠੇ ਨਹੀਂ, ਥੱਕੇ ਹੋਣਗੇ। ਆਪ ਸਾਰੇ ਕੰਮ ਕੀਤੇ ਤੇ ਪਿਤਾ ਨੂੰ ਜਗਾਇਆ ਵੀ ਪਿਤਾ ਕੋਲ ਜਾ ਕੇ ਕਹਿਣਾ, ਪਿਤਾ ਜੀ ਲਓ ਤੁਹਾਡੇ ਤੋਂ ਪਹਿਲਾਂ ਉੱਠੇ ਅੱਜ ਮੈਂ। ਅੱਗੇ ਪਿਤਾ ਜੀ ਉਠਾਉਂਦੇ, ਪੁੱਤ ਉੱਠ। ਅੱਗੇ ਪਿਤਾ ਜੀ ਆਪ ਜਲ ਛਕਾਉਂਦੇ, ਚਾਹ ਪਿਲਾਉਂਦੇ, ਆਪ ਭੋਜਨ ਛਕਾਉਂਦੇ ਜਗਾ ਕੇ। ਪਰ ਅੱਜ ਭਾਈ ਜੇਠਾ ਜੀ ਕਹਿੰਦੇ ਪਿਤਾ ਜੀ ਉੱਠੇ ਨਹੀਂ ਤੇ ਮੈਂ ਪਿਤਾ ਜੀ ਤੋਂ ਪਹਿਲਾਂ ਉੱਠ ਗਿਆ ਤੇ ਮੈਂ ਕੰਮ ਕਰਦਾ। ਅੱਗੇ ਰੋਜ਼ ਹੀ ਕਰਦੇ ਆ ਤੇ ਸਾਰੇ ਕੰਮ ਕਰ ਦਿੱਤੇ ਕਹਿੰਦੇ। ਤੇ ਹੁਣ ਵੀ ਪਿਤਾ ਜੀ ਨੇ ਕੰਮ ਤੇ ਜਾਣਾ। ਭਾਈ ਜੇਠਾ ਜੀ ਜਗਾਉਣ ਲੱਗੇ, ਜਦੋਂ ਵੇਖਿਆ ਨਾ, ਕਿਉਂਕਿ 2.5 ਸਾਲ ਦੀ ਉਮਰ ਸੀ, ਜਿਵੇਂ ਮਾਂ ਨੂੰ ਵੇਖਿਆ ਸੀ ਉਵੇਂ ਪਿਤਾ ਨੂੰ ਵੇਖਣ ਲੱਗੇ ਪਏ ਵੀ ਇਹ ਤੇ ਉਵੇਂ ਲੱਗਦਾ ਜਿਵੇਂ ਮੇਰੀ ਮਾਂ ਗਈ ਹੈ। ਇੰਜ ਲੱਗਦਾ ਵੀ ਮੇਰੇ ਪਿਤਾ ਜੀ ਵੀ ਮੈਨੂੰ ਛੱਡ ਕੇ ਚਲੇ ਗਏ। ਰੋਣ ਲੱਗ ਪਏ। ਮਾਪਿਆਂ ਨੂੰ ਕੌਣ ਨਹੀਂ ਪਿਆਰ ਕਰਦਾ ਪਿਆਰਿਓ। ਜਦੋਂ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਮਾਤਾ ਗੰਗਾ ਜੀ ਨੇ ਕਿਹਾ ਮਹਾਰਾਜ ਨੂੰ ਵੀ ਬੇਟਾ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਿਓ, ਜਲ ਪ੍ਰਵਾਹ ਕਰਿਓ। ਤੇ ਜਦੋਂ ਮਾਤਾ ਗੰਗਾ ਜੀ ਸਰੀਰ ਛੱਡ ਗਏ ਤੇ ਬਿਆਸ ਦੇ ਵਿੱਚ, ਦਰਿਆ ਦੇ ਵਿੱਚ ਜਲ ਪ੍ਰਵਾਹ ਕਰਨ ਗਏ ਸਰੀਰ ਨੂੰ। ਤੇ ਜਦੋਂ ਲੱਗੇ ਨਾ ਜਲ ਪ੍ਰਵਾਹ ਕਰਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਠਹਿਰ ਜਾਓ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾ ਮਾਤਾ ਗੰਗਾ ਜੀ ਦੇ ਚਰਨ ਚੁੰਮਦੇ ਆ। ਚਰਨ ਚੁੰਮ ਕੇ ਚਰਨਾਂ ਨੂੰ ਮੱਥਾ ਟੇਕਦੇ ਆ।
ਮਸਤਕ ਚੁੰਮਦੇ ਆ ਤੇ ਚਰਨ ਅੱਖਾਂ ਵਿੱਚ ਅਥਰੂ ਨੇ। ਮਾਂ ਤੂੰ ਚੱਲੀ ਐ ਅੱਜ, ਮਾਂ ਚੱਲੀ ਐ ਅੱਜ। ਤੇ ਕਹਿੰਦੇ ਆ ਜਲ ਪ੍ਰਵਾਹ ਕੀਤਾ ਨਾ ਜਦੋਂ ਸਰੀਰ ਨੂੰ, ਸਿੱਖਾਂ ਵਿੱਚ ਸੰਕਾ ਉੱਠੀ। ਕਹਿੰਦੇ ਮਹਾਰਾਜ ਤੁਸੀਂ ਤੇ ਕਹਿੰਦੇ ਰੋਣਾ ਨਹੀਂ ਕਿਸੇ ਨੂੰ ਜਦੋਂ ਕੋਈ ਜਾਂਦਾ। ਕਹਿੰਦੇ ਹਾਂ ਭਾਈ ਕਹਿੰਦੇ ਉਹ ਸਰੀਰ ਨੂੰ ਨਹੀਂ ਰੋਂਦੇ, ਉਹਨਾਂ ਦੇ ਬਚਨਾਂ ਨੂੰ ਰੋ ਰਹੇ ਆ, ਉਹਨਾਂ ਦੇ ਕੰਮਾਂ ਨੂੰ ਵੇਖ ਰਹੇ ਆ। ਕਹਿੰਦੇ ਉਹ ਮੇਰੀ ਮਾਂ ਸੀ, ਮਾਂ ਗੰਗਾ, ਜਿਹਨੇ ਮੈਨੂੰ ਲਾਡਾਂ ਨਾਲ ਪਾਲਿਆ, ਮੈਨੂੰ ਦੁੱਧ ਮੱਖਣਾ ਨਾਲ ਪਾਲਿਆ ਜੀ। ਮਾਤਾ ਗੰਗਾ ਜੀ ਵਰ ਦਿੰਦੇ ਸੀ, ਵਰ ਦਿੰਦਾ ਸੀ ਕਿ ਤੁਹਾਡੇ ਘਰ ਪੁੱਤ ਹੋਣ, ਪੁੱਤ ਹੋਣ, ਵੀ ਪੁੱਤਰਾਂ ਦੀਆਂ ਜੋੜੀਆਂ ਬਣ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਮਾਂ ਬੜਾ ਕੁਝ ਦੇ ਦਿੱਤਾ, ਪਰ ਇੱਕ ਕਿਰਪਾ ਕਰ ਦਿਓ, ਇੱਕ ਦਾਤ ਦੇ ਦਿਓ, ਧੀ ਵੀ ਬਖਸ਼ ਦਿਓ। ਧੀਆਂ ਬਿਨ ਘਰ ਖਾਲੀ ਰਹਿੰਦਾ, ਧੀ ਦੇਵੋਗੇ ਤੇ ਘਰ ਭਰ ਜਾਏਗਾ ਮੇਰਾ। ਤੇ ਇਹ ਮਾਤਾ ਗੰਗਾ ਜੀ ਸੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੀ ਅੱਖਾਂ ਦੇ ਵਿੱਚੋਂ, ਨੇਤਰਾਂ ਵਿੱਚੋਂ ਹੰਝੂ ਚੱਲੇ, ਹੰਝੂ ਵਏ। ਤੇ ਸੰਗਤ ਜੀ ਅੱਜ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਰੋਣ ਲੱਗ ਪਈ। ਭਾਈ ਜੇਠਾ ਜੀ ਉੱਚੀ ਉੱਚੀ ਰੋਂਦੇ ਆ। ਮਾਂ ਵੀ ਛੱਡ ਗਈ, ਪਿਤਾ ਜੀ ਤੁਸੀਂ ਵੀ ਛੱਡ ਗਏ, ਕੌਣ ਰਹਿ ਗਿਆ ਮੇਰਾ? ਹੁਣ 7 ਸਾਲ ਦੀ ਉਮਰ ਹੈ। ਵੇਖੋ ਮਾਵਾ ਬਿਨ ਤੇ ਜੱਗ ਸੁਣਾ। ਆ ਸੁਣਿਓ ਕਵਿਤਾ ਬੜੀ ਸੋਹਣੀ ਹੈ, ਕਵਿਤਾ ਸੁਣਿਓ। ਭਾਵੇਂ ਸਮਾਂ ਵੀ ਹੋ ਚੁੱਕਾ, ਆਪਾਂ ਕਵਿਤਾ ਪੜ੍ਹ ਕੇ ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਰੌਂਦਿਆਂ ਦੇਖ ਸਰੀਕ ਵੀ ਬੂਹੇ ਢੋ ਲੈਂਦੇ, ਬਿਨ ਮਾਮਾ ਦੇ ਕਾਂ ਵੀ ਟੁਕੜੇ ਖੋ ਲੈਂਦੇ। ਰੌਂਦਿਆਂ ਦੇਖ ਸਰੀਕ ਵੀ ਬੂਹੇ ਢੋ ਲੈਂਦੇ, ਬਿਨ ਮਾਮਾ ਦੇ ਕਾਂ ਵੀ ਟੁਕੜੇ ਖੋ ਲੈਂਦੇ। ਮਾਮਾ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਉਤਲੇ ਮਨ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਹੈ ਕੋਈ ਜਿਹੜਾ ਮਾਂ ਦੀ ਥਾਂ ਲਵੇ? ਹਰ ਕੋਈ ਕਹਿ ਦਿੰਦਾ ਪੁੱਤ ਕਿਵੇਂ ਆ, ਪਰ ਉਹ ਤੇ ਮਾਈ ਹੈ ਜਿਹੜੀ ਕਹਿੰਦੀ ਹੈ ਬਸ। ਮਾਮਾ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਉਤਲੇ ਮਨ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਏ, ਮਾਮਾ ਬਾਝੋਂ ਦੁਨੀਆ ਸੁੰਨੀ ਲੱਗਦੀ ਏ। ਵੇ ਲੋਕੋ ਮਾਵਾਂ ਬਿਨ ਬਿਨ ਦੁਨੀਆ ਸੁੰਨੀ ਲੱਗਦੀ ਏ। ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ, ਮਾਮਾ ਵਾਂਗੂ ਕੌਣ ਮਾਫ ਹੈ ਕਰ ਸਕਦਾ। ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ, ਮਾਮਾ ਵਾਂਗੂ ਕੌਣ ਮਾਫ ਹੈ ਕਰ ਸਕਦਾ। ਖੁਦ ਭੁੱਖਾ ਕੱਟ ਕੱਟ ਕੇ ਪੁੱਤਰ ਜਿਉਂਦੀ ਏ, ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਏ। ਵੇ ਲੋਕੋ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਏ। ਵੇ ਲੋਕੋ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਏ। ਤਾਈਓ ਸੇਰਾ ਰੱਬ ਆਖਿਆ ਮਾਮਾ ਨੂੰ,
ਲੱਭ ਨਾ ਸਕੇ ਬਜ਼ਾਰੋਂ ਖੋਈਏ ਛਾਂ ਵਾਂਗੂ। ਤਾਈਓ ਸ਼ਹਿਰਾ ਰੱਬ ਆਖੇ ਮਾਮਾ ਨੂੰ, ਲੱਭ ਨਾ ਸਕੇ ਬਜ਼ਾਰੋਂ ਖੋਈਏ ਛਾਂ ਵਾਂਗੂ। ਘਰ ਵਿੱਚ ਬੈਠੇ ਰੱਬ ਨੂੰ ਕਦੇ ਰਸਾਇਓ ਨਾ, ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਕੋਈ ਵੀ ਮੁਸ਼ਕਲ ਤੈਨੂੰ ਨਾ ਰਾਹ ਵਿੱਚ ਘੇਰੇ, ਮਾਂ ਦੀਆਂ ਪੁੱਤਰਾਂ ਨਾਲ ਦੁਆਵਾਂ ਜੇ ਤੇਰੇ, ਮਾਂ ਦੀਆਂ ਪੁੱਤਰਾਂ ਨਾਲ ਦੁਆਵਾਂ ਜੇ ਤੇਰੇ। ਘਰ ਵਿੱਚ ਬੈਠੇ ਰੱਬ ਨੂੰ ਕਦੇ ਰਸਾਇਓ ਨਾ, ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਵੇ ਲੋਕੋ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਆਓ ਮਾਂ ਪਿਓ ਦਾ, ਮਾਤਾ ਪਿਤਾ ਦਾ ਸਤਿਕਾਰ ਕਰੀਏ। ਸੋ ਸਾਲਾਂ ਵੀ ਹੋ ਚੁੱਕਾ ਆਪਣੀ ਵਿਚਾਰ ਜੋ ਕਿੱਥੇ ਵਿਸਰਾਮ ਦਿੰਦੇ ਆ। ਮਾਵਾਂ ਬਿਨ ਤੇ ਜਗ ਸੁੰਨਾ ਲੱਗਦਾ ਪਿਆਰਿਓ। ਆਓ ਸੰਸਾਰ ਵਿੱਚ ਆਏ ਜ਼ਰੂਰ ਹੈ, ਪਰ ਇੱਥੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਦੁਨੀਆ ਵਿੱਚ ਜੇ ਸਦਾ ਵਾਸਤੇ ਰਹਿਣਾ ਤੇ ਦੁਨੀਆ ਵਿੱਚ ਰਹਿ ਕੇ ਸੇਵਾ ਕਮਾਈਏ, ਮਾਤਾ ਪਿਤਾ ਦੀ ਸੇਵਾ ਕਰੀਏ। ਸੋ ਸਰਦਾਰ ਜਗਦੇਵ ਸਿੰਘ ਜੀ, ਉਹਨਾਂ ਦੇ ਸਾਰੇ ਹੀ ਪਰਿਵਾਰ ਦੇ ਵੱਲੋਂ ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਗੁਰਜੀਤ ਸਿੰਘ ਜੀ ਔਰ ਸਾਰੇ ਹੀ ਜਿੰਨੇ ਵੀ ਵਿਦੇਸ਼ ਦੇ ਵਿੱਚ ਉਹਨਾਂ ਦਾ ਪਰਿਵਾਰ ਰਹਿੰਦਾ, ਸਾਰਿਆਂ ਦੇ ਵੱਲੋਂ ਹੀ ਜਿੰਨੀਆਂ ਸੰਗਤਾਂ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਈਆਂ, ਸਾਰੀਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ। ਆਓ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ, ਮਾਤਾ ਪਿਤਾ ਦਾ ਸਤਿਕਾਰ ਕਰੋ। ਪਈ ਇੱਕ ਮਿਸਾਲ ਹੈ ਪਰਿਵਾਰ ਦੀ। ਇਸ ਪਰਿਵਾਰ ਨੇ ਆਪਣੇ ਮਾਤਾ ਜੀਆਂ ਨੂੰ ਬੜੇ ਹੀ ਪਿਆਰ ਦੇ ਨਾਲ ਸਾਂਭਿਆ, ਬੜਾ ਸਤਿਕਾਰ ਕੀਤਾ। ਸੋ ਅਸੀਂ ਵੀ ਕੁਝ ਸਿੱਖ ਕੇ ਜਾਈਏ, ਮਾਤਾ ਪਿਤਾ ਦਾ ਸਤਿਕਾਰ ਕਰੀਏ। ਆਓ ਸਮਾਪਤੀ ਕਰੀਏ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰਿਮਰਾ, ਸਭ ਤੁਝਾ ਬਣਾਈਆਂ। ਸਭ ਲੋਕਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਮ ਰਹੋ ਤੂੰ ਮਨ ਤੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ, ਦਰਦ ਸਭ ਸਵਾਰਨਾ। ਪਵਨਾ ਗੱਲਾਂ ਸਮਰੱਥ ਤੂੰ ਆਪੀ, ਦੁਖ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਹੀਂ ਘਰ ਤੇਰੇ। ਕਰਤਾ ਤੇਰਾ ਸਭ ਕਿਸ ਹੈ, ਕਿਸ ਦੇਹ ਸੋ ਪਾਵੇ। ਸਦਾ ਸਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਆਇਆ ਤਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁਖਾਂ ਸਭ ਗਵਾਈਆਂ,
ਸਾਧ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਗੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਨੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਰਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਹਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤ ਕਰਨ ਹਦਵਾਜੇ ਵਡ ਭਾਗਿਓ ਸਾਧਨ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਸੂਰੇ ਲੋਕ ਸੰਤਾਪ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸੰਸੇ ਪੂਰੇ ਕਰਤੇ ਜਾਣੀ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਵਿਦਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰ ਸਲੋੜ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤ ਦੁਸ ਰਾਤ ਦੋਏ ਸਾਈ ਦਾਇਆ ਕਿਲੇ ਚਲ ਚਲਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਜੂਰ ਧਰਮੀ ਆਪੋ ਆਪਣੀ ਕਿਲੇ ਰਹਿ ਕੇ ਦੂਰ ਜਿਨੇ ਨਾਮ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲ ਹੈ ਕਹਿੰਦੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पिता हम भारत तेरे तुमरे कृपा में सुख कोई न जाने तुमरा अंत चाप भगवंत मगरी ਕੋਈ ਨਾਉ ਨ ਜਾਣੈ ਵਾਹਿਗੁਰੂ 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 ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਦਾਵੈ ਤਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਤਪੀਆਂ ਜਪਿਨ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਚਰਨ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲਹੋਈਆਂ ਚਰਖੜੀਆਂ ਤੇ ਚੜੇ ਆਰਣਾ ਚਰਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਚਿਤਾ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ
पंथ की जीत श्री साहिब जी सहाय खालसे जी के बोल बाले बोलो जी। सिखा नु सिखी दान केश दान रहत दान विसाद दान विवेक दान भरोसा दान दान असर दान नाम दान। श्री अमृतसर साहिब जी के दर्शन स्नान चौंकियां चंडे बुंगे जुगो जुगा टल धर्म का जयकार बोलो जी। सिखां दा मानी वा मत उची मत पत दा राखा अकाल पुरख वाहिगुरु अपने पंथ दे सदा ਸਾਹਿਤ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦਾ ਫੁਰਮਾਨ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ। ਕੱਲੇ ਆਵਹਿ ਨਾਨਕਾ ਸੱਦੇ ਉਠੀ ਜਾਹੇ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਤਿਕਾਰਯੋਗ ਸਵਰਗਵਾਸੀ ਮਾਤਾ ਸੁਰਜੀਤ ਕੌਰ ਜਿਨ੍ਹਾਂ ਨੂੰ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ ਕੇ ਮਨੁੱਖਾ ਜਾਮਾ ਬਖਸ਼ਿਆ। ਮਨੁੱਖਾ ਜਾਮੇ ਦੇ ਵਿੱਚ ਆਪ ਜੀ ਨੇ ਉਹਨਾਂ ਨੂੰ ਜਿੰਨੇ ਵੀ ਸਵਾਸ ਬਖਸ਼ੇ ਉਹਨੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਆ ਇਸ ਸੰਸਾਰ ਦੀ ਯਾਤਰਾ ਪੂਰੀ ਕਰਦੇ ਆ। ਪਾਤਸ਼ਾਹ ਕਈ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਿੱਛੇ ਉਹਨਾਂ ਦੇ ਸੇਵਕ ਪਰਿਵਾਰ ਦੇ ਵੱਲੋਂ ਭਾਣਾ ਮੰਨਦੇ ਆ ਉਸ ਵਿਛੜੀ ਰੂਹ ਦਾ ਨਿਮਿਤ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਆਪ ਜੀ ਦੀ ਮਿਹਰ ਦੇ ਸਦਕਾ ਕਿਰਪਾ ਦੇ ਸਦਕਾ ਸਵੇਰ ਵੇਲੇ ਪਾਤਸ਼ਾਹ ਜੀ ਪਾਵਨ ਬਾਣੀ ਦੀ ਸੰਪੂਰਨਤਾ ਹੋਈ ਭੋਗ ਪਾਏ ਗਏ। ਉਪਰੰਤ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਆ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਦੀਵਾਨ ਸਜੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਬੱਚਿਆਂ ਦੇ ਵੱਲੋਂ ਰਲ ਮਿਲ ਕੇ ਹਰ ਜਸ ਕੀਰਤਨ ਹੋਇਆ ਕਥਾ ਵਿਚਾਰਾਂ ਹੋਈਆਂ। ਸੰਗਤਾਂ ਦੇ ਵੱਲੋਂ ਆਪ ਜੀ ਦੇ ਦਰ ਘਰ ਦੀ ਹਾਜ਼ਰੀ ਲਗਵਾਈ ਗਈ। ਸੇਵਕ ਪਰਿਵਾਰ ਦੇ ਵੱਲੋਂ ਕਈ ਦਿਨਾਂ ਤੋਂ ਲੈ ਕੇ ਸੇਵਾ ਸੰਭਾਲ ਕੀਤੀ ਗਈ। ਪਾਤਸ਼ਾਹ ਜੀ ਮਿਹਰ ਕਰਨੀ ਜੀ। ਆਪ ਜੀ ਦੇ ਬੱਚਿਆਂ ਵੱਲੋਂ ਪਾਵਨ ਬਾਣੀ ਦੇ ਜਾਪ ਕਰਦੇ ਆ ਕੀਰਤਨ ਕਰਦੇ ਆ। ਸੇਵਕ ਪਰਿਵਾਰ ਵੱਲੋਂ ਸੇਵਾ ਸੰਭਾਲ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜ੍ਹਦਾ ਸੇਵਾ ਕਰਨ ਦਾ ਕੀਰਤਨ ਕਰਨ ਦਾ ਵੱਲ ਉਦਮ ਬਖਸ਼ਣਾ ਮਿਹਰ ਕਰਨੀ ਕਿਰਪਾ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਸਹਾਈ ਕਰਨਾ ਵਿਛੜੇ ਰੂਹ ਨੂੰ ਚਰਨਾ ਕਮਲਾਂ ਦਾ ਨਿਵਾਸ ਬਖਸ਼ਣਾ। ਪਾਤਸ਼ਾਹ ਜੀ ਜੀਵਨ ਕਾਲ ਦੇ ਵਿੱਚ ਜੀਵਨ ਬਤੀਤ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ। ਪਰਿਵਾਰ ਦੇ ਸਿਰ ਤੇ ਮਿਹਰਾਂ ਬਰਤ ਰੱਖਣਾ ਸਰੀਰਕ ਤੰਦਰੁਸਤੀਆਂ ਦੇ ਅਰੋਗਤਾ ਬਖਸ਼ਣੀ ਜੀ। ਸੇਵਕ ਪਰਿਵਾਰ ਦੇ ਵੱਲੋਂ ਭਾਣਾ ਮੰਨਦੇ ਆਪ ਜੀਆਂ ਨੂੰ ਸੁੰਦਰ ਮਾਲੇ ਭੇਟਾ ਕੀਤੇ ਹਨ। ਆਪ ਜੀ ਨੇ ਅੰਗੀਕਾਰ ਕਰਨੇ ਆਪਣੇ ਪਰਿਵਾਰ ਦੇ ਪਰਦੇ ਕਜਨੇ ਜੀ। ਪਾਵਨ ਹਜ਼ੂਰੀ ਦੇ ਵਿੱਚ ਕੜਾਹ ਪ੍ਰਸਾਦ ਸਜ ਕੇ ਹਾਜ਼ਰ ਹੈ। ਆਪ ਜੀ ਦੇ ਦਰ ਤੇ ਦਰ ਪ੍ਰਵਾਨ ਹੋਵੇ ਜੋ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਜੀ। ਜਿੰਨੀ ਵੀ ਸੰਗਤ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰ ਹੈ ਹਾਜ਼ਰੀ ਪ੍ਰਵਾਨ ਕਰਨੀ ਜੀ। ਸੰਗਤਾਂ ਦੇ ਸਮੂਹ ਸੇਵਕ ਪਰਿਵਾਰ ਦੀ ਕੀਤੀ ਅਰਦਾਸ ਬੇਨਤੀ ਪ੍ਰਵਾਨ ਕਰਨਾ। ਅਰਦਾਸ ਬੇਨਤੀ ਕਰਦੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਪਾਤਸ਼ਾਹ ਜੀ ਸਮੂਹ ਸੰਗਤ ਨੂੰ ਆਪ ਜੀ ਆਪਣੇ ਇਲਾਹੀ ਹੁਕਮ ਸੁਣਾ ਕੇ ਨਿਹਾਲ ਕਰੂ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੋ ਮਾਨਿਓ ਜੋ ਪ੍ਰਭ ਕਉ ਮਿਲਵੋ ਚਹੈ। ਰਾਜ ਕਰੇਗਾ ਖਾਲਸਾ ਖਵਾਰੋ ਸਭ ਮਿਲੇਂਗੀ। ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੀ ਜੋ ਸਰਦਾ ਕਰ ਸੇਵੰਦੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਵਣਾ ਕੋ ਰਹਿ, ਰੰਗ ਨ ਤੁੰਗ ਫਕੀਰਾ। ਵਾਰੀ ਆਪੋ ਆਪਣੀ, ਕੋਇ ਨਾ ਬੰਦੈ ਧੀਰਾ। ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ। ਕੱਲਿਆ ਬਹਿ ਨਾਨਕਾ, ਸਦੇ ਉਠੀ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਨਾਸਰੇ ਮਹੱਲਾ ਪੰਜਵਾ। ਔਖੇ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕਉ, ਸਾਸ ਸਾਸ ਪ੍ਰਤ ਪਾਲੇ। ਔਖੇ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕਉ, ਸਾਸ ਸਾਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤਾ। ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਉ। ਮਨ ਬਿਲਾਸ ਪਾਏ ਸਾਹਿਬ ਕੇ, ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਮਨ ਬਿਲਾਸ ਪਾਏ ਸਾਹਿਬ ਕੇ, ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ, ਸੱਦੇ ਉਠੀ ਜਾਹਿ ਦੇ ਮਹਾਵਾਕ ਅਨੁਸਾਰ। ਸਤਿਗੁਰਾਂ ਦੇ ਭਾਣੇ ਦੇ ਅੰਦਰ, ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਦਰ ਕਰਦੇ ਪ੍ਰੀਤਵਾਨ ਸਤਿਕਾਰਯੋਗ ਸਵਰਗਵਾਸੀ ਮਾਤਾ ਸੁਰਜੀਤ ਕੌਰ ਜੀ, ਜੋ ਕਿ ਸੰਸਾਰਕ ਯਾਤਰਾ ਪੂਰੀ ਕਰਦੇ ਆ, ਅਕਾਲ ਚਲਾਣਾ ਕਰ ਗਏ ਸਨ, ਜੋ ਕਿ ਇਸ ਵੇਲੇ ਉਹਨਾਂ ਦੇ ਨਿਮਿਤ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਅੰਤਮ ਅਰਦਾਸ ਹੋਈ ਹੈ। ਸੋ ਜਿੰਨੀਆਂ ਵੀ ਸੰਗਤਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਹਨ, ਸੋ ਪਹੁੰਚੀਆਂ ਸੰਗਤਾਂ ਦਾ ਸੇਵਕ ਪਰਿਵਾਰ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ, ਜੋ ਕਿ ਖਾਸ ਤੌਰ ਤੇ ਪਰਿਵਾਰ ਦੇ ਹੀ ਮੈਂਬਰ ਸਤਿਕਾਰਯੋਗ ਬੀਬੀ ਨਰਿੰਦਰ ਕੌਰ ਭਰਾ
ਜੋ ਕਿ ਮੌਜੂਦਾ ਐਮਐਲਏ ਹਨ, ਉਹ ਵੀ ਸੇਵਕ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਵੰਡਾਉਣ ਵਾਸਤੇ ਪਹੁੰਚੇ ਹਨ। ਸੋ ਉਹਨਾਂ ਦਾ ਵੀ ਪਰਿਵਾਰ ਦੇ ਵੱਲੋਂ ਔਰ ਇਸ ਨਗਰ ਦੇ ਵਿੱਚ ਪਹੁੰਚਣ ਤੇ ਨਗਰ ਦੀਆਂ ਸੰਗਤਾਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਹੈ, ਜੋ ਕਿ ਸੇਵਕ ਪਰਿਵਾਰ ਦੇ ਵੱਲੋਂ ਮਾਤਾ ਜੀਆਂ ਦੀ ਯਾਦ ਦੇ ਵਿੱਚ 1,05,000 ਰੁਪਏ ਭੇਟਾ ਕਰਵਾਇਆ ਹੈ। ਸੋ ਪਰਿਵਾਰ ਦੇ ਵੱਲੋਂ ਜੋ ਕਿ ਮਾਤਾ ਜੀਆਂ ਦੀ ਯਾਦ ਵਿੱਚ 1,05,000 ਰੁਪਏ ਭੇਟਾ ਕਰਵਾਇਆ, ਪਾਤਸ਼ਾਹ ਜੀ ਮਿਹਰ ਕਰਨ ਕੀਤੀ ਸੇਵਾ ਨੂੰ ਥਾਏ ਪਾਉਣ। ਸੋ ਦੁਬਾਰਾ ਫਿਰ ਜਿੰਨੀਆਂ ਵੀ ਸੰਗਤਾਂ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਪਹੁੰਚੀਆਂ ਹਨ, ਪਹੁੰਚੀਆਂ ਸੰਗਤਾਂ ਦਾ ਧੰਨਵਾਦ, ਜੋ ਕਿ ਹੁਣ ਗੁਰੂ ਕੀਆਂ ਦੇਗਾਂ ਵਰਤਣਗੀਆਂ। ਉਪਰੰਤ ਪਹੁੰਚੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕੀਤੇ ਨੇ। ਜਿਹੜੀਆਂ ਸੰਗਤਾਂ ਨੇ ਪ੍ਰਸਾਦਾ ਨਹੀਂ ਛਕਿਆ ਭਾਈ, ਉਹ ਪ੍ਰਸਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨ, ਤੇ ਚਾਹ ਦਾ ਲੰਗਰ ਵੀ ਤਿਆਰ ਹੈ। ਸੋ ਸਾਰੀ ਸੰਗਤ ਨੇ ਚਾਹ ਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।